ਸ਼੍ਰੀ ਅਕਾਲ ਜੀ, ਮੈਂ ਪ੍ਰੀਤ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਤੁਹਾਡਾ ਆਪਣਾ ਸ਼ੋਅ। ਇਸ ਸ਼ੋਅ ਦੇ ਵਿੱਚ ਇੱਕ ਵਾਰ ਫਿਰ ਤੋਂ ਗੱਲ ਹੋਏਗੀ ਸਾਡੇ ਸਟੂਡੈਂਟਸ ਦੀ, ਬਾਹਰ ਜਾਣ ਦੇ ਜਿਹੜੇ ਬੱਚੇ ਚਾਹਵਾਨ ਹੈਗੇ ਨੇ। ਅੱਜ ਇਸ ਸ਼ੋਅ ਦੀ ਸਟਾਰਟਿੰਗ ਅਸੀਂ ਕਰਾਂਗੇ ਬੱਚਿਆਂ ਦੀ ਮਨਪਸੰਦ ਕੰਟਰੀ ਜਿਹੜੀ ਹਮੇਸ਼ਾ ਤੋਂ ਹੀ ਪੰਜਾਬੀਆਂ ਦਾ ਪਹਿਲਾ ਡ੍ਰੀਮ ਰਹੀ ਹੈ ਤੇ ਫਿਊਚਰ ਦੇ ਵਿੱਚ ਵੀ ਰਹੇਗੀ, ਕੈਨੇਡਾ। ਕੈਨੇਡਾ ਕਿੱਦਾਂ ਜਾ ਸਕਦੇ ਹੋ ਤੁਸੀਂ, ਇਸ ਬਾਰੇ ਗੱਲ ਹੋਏਗੀ। ਇਸ ਤੋਂ ਬਾਅਦ ਆਸਟ੍ਰੇਲੀਆ ਤੇ USA ਨੂੰ ਲੈ ਕੇ ਖਾਸ ਕਰਕੇ ਅਸੀਂ ਗੱਲ ਕਰਾਂਗੇ, ਕਿਉਂਕਿ ਬਹੁਤ ਸਾਰੀਆਂ ਇਨਕੁਆਇਰੀਜ਼ ਆ ਰਹੀਆਂ ਹੈ। USA ਬਾਰੇ ਕਦੀ ਕੋਈ ਗੱਲ ਨਹੀਂ ਕਰਦਾ, ਤਾਂ ਬਹੁਤ ਸਾਰੇ ਬੱਚੇ ਹੈਗੇ ਨੇ ਜਿਹੜੇ ਜਾਣਾ ਚਾਹੁੰਦੇ ਨੇ। ਸੋ ਤੁਹਾਡੇ ਲਈ ਕੋਈ ਪੋਸੀਬਿਲਿਟੀ ਹੈਗੀ ਹੈ ਕਿ ਨਹੀਂ ਹੈਗੀ, ਅੱਜ ਇਸ ਸ਼ੋਅ ਦੇ ਵਿੱਚ ਖਾਸ ਉਸ ਬਾਰੇ ਵੀ ਗੱਲਬਾਤ ਹੋਏਗੀ। ਸੋ ਐਕਸਪਰਟ ਸਾਡੇ ਨਾਲ ਆਈ ਅਬਰੋਡ ਤੋਂ ਸਭ ਤੋਂ ਪਹਿਲਾਂ ਸਵਾਗਤ ਕਰ ਲੈਂਦੇ ਹਾਂ। ਵੈਲਕਮ ਹੈ ਮੈਮ। ਥੈਂਕ ਯੂ ਜੀ। ਸੋ ਮੈਮ, ਸਭ ਤੋਂ ਪਹਿਲਾਂ ਤਾਂ ਮੈਂ ਜਾਣਨਾ ਚਾਹਾਂਗੀ, ਕੈਨੇਡਾ ਦੀ ਗੱਲ ਕਰਦੇ ਹਾਂ ਅਸੀਂ, ਜਿਵੇਂ ਅਸੀਂ ਦੇਖਦੇ ਹਾਂ ਕਿ ਕੋਵਿਡ ਦੇ ਨਾਲ ਬੱਚੇ ਤਾਂ ਪਰੇਸ਼ਾਨ ਪਿਛਲੇ ਮਾਰਚ ਤੋਂ ਹੀ ਹੈਗੇ ਨੇ, ਹੈ ਨਾ। ਹੁਣ ਦੁਬਾਰਾ ਤੋਂ ਫਿਰ ਤੋਂ ਲੋਕਡਾਊਨ ਲੱਗਣੇ ਸ਼ੁਰੂ ਹੋ ਗਏ ਨੇ, ਬੱਚਿਆਂ ਦੇ ਮਨ ਦੇ ਵਿੱਚ ਇੱਕ ਵਾਰ ਫਿਰ ਤੋਂ ਡਰ ਬੈਠਣਾ ਸ਼ੁਰੂ ਹੋ ਗਿਆ, ਅਪਲਾਈ ਕਰੀਏ ਕਿ ਨਾ ਕਰੀਏ, ਕਿਤੇ ਫਿਰ ਤੋਂ ਪਿਛਲੀ ਵਾਰ ਵਰਗੀ ਸਿਚੁਏਸ਼ਨ ਨਾ ਹੋ ਜਾਏ। ਸੋ ਕੀ ਕਹਿਣਾ ਚਾਹੋਗੇ, ਬੱਚੇ ਹੁਣ ਬੇਝਿਜਕ ਹੋ ਕੇ ਅਪਲਾਈ ਕਰ ਸਕਦੇ ਨੇ ਜਾਂ ਕਿਤੇ ਨਾ ਕਿਤੇ ਫਿਰ ਤੋਂ ਡਰ ਹੈਗਾ ਲੋਕਡਾਊਨ ਦੀ ਵਜ੍ਹਾ ਦੇ ਨਾਲ? ਦੇਖੋ, ਜਿੱਥੇ ਤੱਕ ਕੋਵਿਡ ਦਾ ਹੈਗਾ, ਲੋਕਡਾਊਨ ਦਾ ਹੈਗਾ, ਉਹ ਤਾਂ ਕੋਈ ਵੀ ਕੁਝ ਪ੍ਰੈਡਿਕਸ਼ਨਸ ਨਹੀਂ ਕਰ ਸਕਦਾ। ਬਟ ਜਿੱਥੇ ਤੱਕ ਕੰਟਰੀਜ਼ ਦੇ ਬਾਉਂਡਰੀਜ਼ ਐਂਡ ਬਾਰਡਰਸ ਦੀ ਗੱਲ ਹੈਗੀ ਆ, ਵੀਜ਼ਾਸ ਦਾ ਪ੍ਰੋਸੈਸ ਥੋੜਾ ਜਿਹਾ ਡਿਫਰੈਂਟ ਹੈਗਾ। ਜਿਹੜਾ ਵੀ ਸਟੂਡੈਂਟ ਅੱਜ ਦੀ ਡੇਟ ਦੇ ਵਿੱਚ ਅਪਲਾਈ ਕਰ ਰਿਹਾ, ਉਹ ਸੈਪਟੈਂਬਰ ਜਾਂ ਨਵੰਬਰ ਇਨਟੇਕ ਵਾਸਤੇ ਅਪਲਾਈ ਕਰ ਰਿਹਾ। ਮਈ ਇਨਟੇਕ ਤਾਂ ਆਲਮੋਸਟ ਸਾਰੀ ਜਗ੍ਹਾ ਕਲੋਜ਼ ਹੋ ਚੁੱਕਿਆ। ਓਕੇ, ਹੁਣ ਨਹੀਂ ਮਿਲੇਗਾ। ਕਿਤੇ ਨਾ ਕਿਤੇ ਜੇ ਸਟੂਡੈਂਟ ਸੈਪਟੈਂਬਰ ਔਰ ਨਵੰਬਰ ਇਨਟੇਕ ਦੀ ਤਿਆਰੀ ਕਰ ਰਿਹਾ, ਤਾਂ ਮੈਨੂੰ ਨਹੀਂ ਲੱਗਦਾ ਵੀ ਇੰਨਾ ਲੰਬਾ ਲੋਕਡਾਊਨ ਦੁਬਾਰਾ ਤੋਂ ਜਾਣ ਵਾਲਾ। ਜੋ ਕੰਡੀਸ਼ਨਸ ਲਾਸਟ ਟਾਈਮ ਹੋਈਆਂ ਸੀਗੀਆਂ ਉਹਨਾਂ ਨੂੰ ਦੇਖਦੇ ਹੋਏ ਅਸੀਂ ਇਹ ਨਹੀਂ ਕਹਿ ਸਕਦੇ ਵੀ ਇਹ ਦੁਬਾਰਾ ਤੋਂ ਡਿਊਰੇਸ਼ਨ ਜਾਂ ਦੁਬਾਰਾ ਤੋਂ ਕੰਡੀਸ਼ਨ ਹੋਏਗੀ। ਹੋਪ ਫॉर ਦਾ ਬੈਸਟ। ਜਿਹੜੇ ਸਟੂਡੈਂਟਸ ਨੇ ਸੈਪਟੈਂਬਰ ਔਰ ਨਵੰਬਰ ਵਾਸਤੇ ਅਪਲਾਈ ਕਰਨਾ, ਉਹਨਾਂ ਨੂੰ ਮੈਂ ਦੱਸਦਾ, ਜਿੰਨੇ ਵੀ ਪ੍ਰੋਗਰਾਮਸ ਆਈ ਅਬਰੋਡ ਐਜੂਕੇਸ਼ਨ ਡੀਲ ਕਰਦਾ ਹੈ, ਸਾਰੇ ਦੇ ਸਾਰੇ ਪ੍ਰੋਗਰਾਮ 2 ਤੋਂ 3 ਸਾਲ ਦੇ ਹੁੰਦੇ ਆ। ਹੁਣ ਜੇਕਰ ਬੱਚੇ ਦਾ ਵੀਜ਼ਾ ਮੰਨ ਲਓ ਸੈਪਟੈਂਬਰ ਜਾਂ ਨਵੰਬਰ ਇਨਟੇਕ ਦੇ ਵਿੱਚ 2 ਜਾਂ 3 ਸਾਲ ਦਾ ਆ, ਤਾਂ ਕਿੰਨੀ ਕੁ ਦੇਰ ਤੱਕ ਬੱਚਾ ਫਲਾਈ ਨਹੀਂ ਕਰ ਸਕਦਾ? ਜ਼ਿਆਦਾ ਜ਼ਿਆਦਾ 1 ਮਹੀਨਾ 1.5 ਮਹੀਨਾ, ਜਿੱਥੇ ਤੱਕ ਤਾਂ ਕੰਡੀਸ਼ਨਸ ਲੱਗ ਰਹੀਆਂ ਸੈਪਟੈਂਬਰ ਨਵੰਬਰ ਤੱਕ ਤਕਰੀਬਨ ਜਿੰਨੇ ਵੀ ਕੰਟਰੀਜ਼ ਹੈਗੇ ਉਹ ਬਾਰਡਰਸ ਓਪਨ ਕਰ ਦੇਣਗੇ। ਬਿਕੋਜ਼ ਕਿਤੇ ਨਾ ਕਿਤੇ ਸਾਰੀ ਕੰਟਰੀਜ਼ ਜਿਨ੍ਹਾਂ ਦੇ ਵਿੱਚ ਵੀ ਓਵਰਸੀਜ਼ ਸਟੂਡੈਂਟ ਜਾਂਦਾ, ਇੰਟਰਨੈਸ਼ਨਲ ਸਟੂਡੈਂਟ ਜਾਂਦਾ, ਉਹਨਾਂ ਦੀ ਕੰਟਰੀ ਦੀ ਇਕੋਨੋਮੀ ਵੀ ਕਿਤੇ ਨਾ ਕਿਤੇ ਸਟੂਡੈਂਟ ਵੀਜ਼ਾ ਦੇ ਉੱਤੇ, ਇੰਟਰਨੈਸ਼ਨਲ ਸਟੂਡੈਂਟ ਵੀਜ਼ਾ ਦੇ ਉੱਤੇ ਡਿਪੈਂਡ ਕਰਦੀ ਹੈ। ਜੇਕਰ ਉਹ ਬਾਰਡਰ ਓਪਨ ਨਹੀਂ ਕਰਨਗੇ ਤਾਂ ਉਹਨਾਂ ਵਾਸਤੇ ਵੀ ਪੈਂਡੇਮਿਕ ਸਿਚੁਏਸ਼ਨ ਹੋ ਜਾਏਗੀ, ਉਹਨਾਂ ਵਾਸਤੇ ਵੀ ਕੰਟਰੋਲ ਕਰਨਾ ਔਖਾ ਹੋ ਜਾਏਗਾ, ਕਿਉਂਕਿ ਕਿਤੇ ਨਾ ਕਿਤੇ ਉਹਨਾਂ ਦੀ ਇਕੋਨੋਮੀ, ਉਹਨਾਂ ਦੇ ਕਾਲਜਸ, ਉਹਨਾਂ ਦੀ ਗਰੋਥ ਸਫਰ ਕਰੇਗੀ। ਬਿਲਕੁਲ ਬਿਲਕੁਲ ਸਹੀ ਕਿਹਾ ਤੁਸੀਂ, ਕਿਉਂਕਿ ਕਿਤੇ ਨਾ ਕਿਤੇ ਕੰਟਰੀਜ਼ ਨੂੰ ਵੀ ਹੈਗਾ ਫਾਈਨੈਂਸ਼ਲੀ ਬਹੁਤ ਜ਼ਿਆਦਾ ਲਾਸ ਹੋ ਚੁੱਕਾ ਹੈ। ਸੋ ਉਹਨਾਂ ਨੂੰ ਵੀ ਸਟੂਡੈਂਟਸ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ। ਪਰ ਮੈਮ, ਜਿਵੇਂ ਹੁਣ ਆਪਾਂ ਗੱਲ ਕਰ ਰਹੇ ਹਾਂ ਨਾ ਕਿ ਹਮੇਸ਼ਾ ਬਹੁਤ ਸਾਰੇ ਇਮੀਗ੍ਰੇਸ਼ਨ ਕੰਸਲਟੈਂਟ ਜਿਹੜੇ ਹੈਗੇ ਨੇ, ਏਜੰਟ ਨੇ, ਸ਼ੋਅਜ਼ ਦੇ ਵਿੱਚ ਬੱਚਿਆਂ ਨੂੰ ਕਹਿੰਦੇ ਨੇ ਕਿ ਲਾਸ ਹੋ ਗਿਆ। ਹੁਣ ਇਸ ਕਰਕੇ ਉਹ ਮਤਲਬ ਕਿ ਬਹੁਤ ਹੀ ਵੀਕ ਪ੍ਰੋਫਾਈਲ ਵਾਲਿਆਂ ਦਾ ਵੀ ਵੀਜ਼ਾ ਲੱਗ ਜਾਏਗਾ। ਸ਼ਾਇਦ ਬੱਚਿਆਂ ਨੂੰ ਹੁਣ ਇਹ ਲੱਗਣ ਲੱਗ ਪਿਆ ਹੈ ਨਾ, ਕਿਤੇ ਨਾ ਕਿਤੇ ਲਾਲਚ ਦਿੱਤਾ ਜਾ ਰਿਹਾ ਏਜੰਟਸ ਵੱਲੋਂ ਬੱਚਿਆਂ ਨੂੰ। ਸੋ ਤੁਸੀਂ ਕੀ ਕਹੋਗੇ ਕਿ ਇਸ ਟਾਈਮ ਕਿਤੇ ਨਾ ਕਿਤੇ ਬੱਚਿਆਂ ਦੇ ਜੋ ਐਲੀਜੀਬਿਲਿਟੀ ਕ੍ਰਾਈਟੇਰੀਆ ਹੋਏਗਾ ਉਹਨਾਂ ਦਾ ਅਗਰ ਕੁਝ ਵੀਕ ਹੈਗਾ ਆ, ਉਹ ਵੀ ਜਾ ਸਕਣਗੇ ਕਿ ਨਹੀਂ? ਦੇਖੋ, ਜੋ ਏਜੰਟਸ ਇਹ ਸਾਰੀਆਂ ਚੀਜ਼ਾਂ ਕਹਿ ਰਹੇ ਆ, ਮੈਂ ਸਿਰਫ ਇੱਕੋ ਚੀਜ਼ ਬੱਚਿਆਂ ਸਟੂਡੈਂਟਸ ਨੂੰ ਲੌਜੀਕਲੀ ਕਹਿਣਾ ਚਾਹਾਂਗੀ। ਹਰ ਸਾਲ 1 ਜਾਂ 2 ਜਨਵਰੀ ਨੂੰ ਕੈਨੇਡਾ ਗਵਰਨਮੈਂਟ ਕੋਈ ਨਾ ਕੋਈ ਅਪਡੇਸ਼ਨ ਕਰਦੀ ਸੀ। ਹਰ ਸਾਲ ਸਟਿਕਨੈਸ ਹੁੰਦੀ ਸੀ, ਸਟੂਡੈਂਟ ਵੀਜ਼ਾ, ਪਰਮਾਨੈਂਟ ਰੈਜ਼ੀਡੈਂਸੀ ਦੇ ਵਿੱਚ ਕੁਝ ਨਾ ਕੁਝ ਚੇਂਜਸ ਹੁੰਦੇ ਸੀ। ਜੇਕਰ ਅਸੀਂ ਦੇਖਣ ਨੂੰ ਦੇਖੀਏ ਤਾਂ ਇਸ ਸਾਲ ਉਹਨਾਂ ਨੇ ਕੋਈ ਵੀ ਐਦਾਂ ਦੀ ਸਿਚੁਏਸ਼ਨ ਚੇਂਜ ਨਹੀਂ ਕੀਤੀ, ਕੋਈ ਵੀ ਰਿਸਟ੍ਰਿਕਸ਼ਨਸ ਨਹੀਂ ਲਗਾਏ, ਕੋਈ ਵੀ ਨਵੇਂ ਰੂਲ ਉਹਨਾਂ ਨੇ ਇੰਪਲੀਕੇਟ ਨਹੀਂ ਕੀਤੇ। ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਜਿਹੜੇ ਏਜੰਟਸ ਆ ਉਹ ਇਹ ਕਹਿੰਦੇ ਆ ਵੀ ਹਾਂ, ਇਸ ਵਾਰ ਉਹਨਾਂ ਦਾ ਵੀਜ਼ਾ ਸਕਸੈਸ ਰੇਸ਼ੋ ਜ਼ਿਆਦਾ ਜਾਏਗਾ। ਜਿੱਥੇ ਤੱਕ ਅਸੀਂ ਦੇਖੀਏ AIP ਤੋਂ ਬਾਅਦ ਥੋੜਾ ਜਿਹਾ ਬੱਚਿਆਂ ਨੂੰ ਮੈਂ ਇੱਕ ਹੋਰ ਕਹਿਣਾ ਚਾਹਾਂਗੀ, ਜਿਨ੍ਹਾਂ ਬੱਚਿਆਂ ਨੇ ਆਲਰੇਡੀ ਅਪਲਾਈਡ ਕੀਤਾ ਹੋਇਆ ਹੈ, ਜਿਨ੍ਹਾਂ ਬੱਚਿਆਂ ਦੇ ਵੀਜ਼ਾ ਪਹਿਲਾਂ ਅਪਲਾਈ ਹੋਏ ਸੀ, ਉਹ ਕਿਤੇ ਨਾ ਕਿਤੇ ਹੁਣ ਤੱਕ ਟਿਲ ਵੇਟਿੰਗ ਚੱਲ ਰਹੇ ਆ। ਜਿਨ੍ਹਾਂ ਬੱਚਿਆਂ ਨੇ ਉਹਨਾਂ ਤੋਂ ਬਾਅਦ ਫਾਈਲ ਲਾਈ ਸੀਗੀ, ਉਹਨਾਂ ਬੱਚਿਆਂ ਦੇ ਵੀਜ਼ਾਸ ਆ ਗਏ ਜਾਂ ਅਪਰੂਵਲਸ ਆ ਗਏ। ਹੁਣ ਸਟੂਡੈਂਟ ਜਿਹੜਾ ਹੈ ਉਹ ਕਿਤੇ ਨਾ ਕਿਤੇ ਵੇਟ ਨਹੀਂ ਕਰ ਰਿਹਾ ਕਿ ਉਹਦਾ ਆ ਗਿਆ, ਮੇਰਾ ਕਿਉਂ ਨਹੀਂ ਆਇਆ। ਤੁਹਾਡੀ ਐਪਲੀਕੇਸ਼ਨ ਅਲੱਗ ਹੈ, ਮੇਬੀ ਤੁਹਾਡੀ ਪਤਾ ਨਹੀਂ ਕਿਸ ਵੀਜ਼ਾ ਆਫਿਸਰ ਕੋਲ ਹੈ, ਕਿਸ ਕੰਟਰੀ ਦੇ ਵਿੱਚ ਪਈ ਹੈ। ਜਿਹੜਾ ਇਹ ਸਟੂਡੈਂਟ ਹੈ, ਇਹਦੀ ਫਾਈਲ ਕਿਸ ਵੀਜ਼ਾ ਆਫਿਸਰ ਕੋਲ ਸੀਗੀ, ਉਹਨੇ ਕਿਸ ਕੰਡੀਸ਼ਨਸ ਦੇ ਉੱਤੇ ਕੱਢਤੀਆਂ। ਇਹ ਜਿਹੜਾ ਸਿਚੁਏਸ਼ਨ ਹੈ ਨਾ, ਇਹਦੇ ਵਾਸਤੇ ਅਸੀਂ ਆਨਸਰ ਨਹੀਂ ਕਰ ਸਕਦੇ। ਸਟੂਡੈਂਟਸ ਨੂੰ ਇੱਥੇ ਮੈਂ ਕਹਾਂਗੀ, ਪਲੀਜ਼ ਪੇਸ਼ੈਂਸ ਰੱਖੋ। ਜੇਕਰ ਤੁਹਾਡੀ ਫਾਈਲ ਅੰਡਰ ਪ੍ਰੋਸੈਸ ਹੈ ਤਾਂ ਵੇਟ ਕਰੋ,
ਪੈਨੇਡੈਮਿਕ ਨਾ ਹੋ ਦੂਜਿਆਂ ਦੇ ਰਿਜ਼ਲਟ ਦੇਖ ਕੇ। ਜੇਕਰ ਕੈਨੇਡਾ ਗਵਰਨਮੈਂਟ ਨੇ ਕਿਤੇ ਨਾ ਕਿਤੇ ਰਿਜ਼ਲਟਸ ਅਨਾਉਂਸ ਨਹੀਂ ਕੀਤੇ ਜਾਂ ਕਿਤੇ ਨਾ ਕਿਤੇ ਉਹਨਾਂ ਨੇ ਚੇਂਜਸ ਨਹੀਂ ਕੀਤੇ ਤਾਂ ਇਹਨੂੰ ਅਸੀਂ ਪੋਜ਼ਿਟਿਵ ਵੇ ਨਾਲ ਵੀ ਲੈ ਸਕਦੇ ਆ। ਹਰ ਚੀਜ਼ ਦਾ ਇੱਕ ਨੈਗੇਟਿਵ ਇੰਪੈਕਟ ਨਹੀਂ ਹੁੰਦਾ, ਜ਼ਰੂਰੀ ਨਹੀਂ ਹੈ ਜਿੱਦਾਂ ਦਾ ਆਪਾਂ ਸੋਚਾਂਗੇ ਸਾਡੇ ਨਾਲ ਉਦਾਂ ਦਾ ਹੋਏਗਾ। ਇਫ ਵੀ ਵਿਲ ਵੇਟ ਤਾਂ ਮੇਬੀ ਸਾਨੂੰ ਪੋਜ਼ਿਟਿਵ ਰਿਜ਼ਲਟਸ ਮਿਲ ਸਕਦੇ ਆ। ਤਾਂ ਕਿਤੇ ਨਾ ਕਿਤੇ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਏਜੰਟਸ ਕਹਿ ਰਹੇ ਆ ਕਿ ਸ਼ਾਇਦ ਵੀਕ ਪ੍ਰੋਫਾਈਲਸ ਵੀ ਨਿਕਲ ਜਾਣਗੇ। ਬਿਲਕੁਲ ਬਿਲਕੁਲ। ਅੱਛਾ, ਹੁਣ ਜਿਵੇਂ ਤੁਸੀਂ ਗੱਲ ਕੀਤੀ ਕਿ ਸਤੰਬਰ ਨਵੰਬਰ ਇਨਟੇਕ ਜਿਹੜਾ ਬੱਚਿਆਂ ਨੂੰ ਮਿਲੇਗਾ, ਸੋ ਬੱਚੇ ਕਿਤੇ ਨਾ ਕਿਤੇ ਉਹਨਾਂ ਨੂੰ ਲੱਗਦਾ ਕਿ 5-6 ਮਹੀਨੇ ਪਏ ਨੇ, ਚਲੋ ਸਾਨੂੰ ਹੁਣੇ ਅਪਲਾਈ ਕਰਨ ਦੀ ਕੀ ਜ਼ਰੂਰਤ ਹੈਗੀ, ਅਸੀਂ ਕੋਲ ਜਾ ਕੇ ਅਪਲਾਈ ਕਰਾਂਗੇ। ਸੋ ਉੱਦਾਂ ਦੇ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ? ਕਿੰਨਾ ਕੁ ਪ੍ਰੋਸੈਸਿੰਗ ਟਾਈਮ ਲੱਗਦਾ ਹੈਗਾ? ਬੱਚਿਆਂ ਨੂੰ ਵੇਟ ਕਰਨੀ ਚਾਹੀਦੀ ਹੈ 2-3 ਮਹੀਨੇ ਕਿ ਜਾਂ ਹੁਣ ਤੋਂ ਹੀ ਅਪਲਾਈ ਕਰਨਾ ਸਟਾਰਟ ਕਰ ਦੇਣਾ ਚਾਹੀਦਾ ਹੈ? ਦੇਖੋ ਕਿਤੇ ਨਾ ਕਿਤੇ 19-20 ਦੋਨਾਂ ਈਅਰ ਦੇ ਬੱਚੇ ਬੈਠੇ ਨੇ, ਫਲਾਈ ਨਹੀਂ ਹੋ ਪਾਏ ਬੱਚੇ। 21 ਦਾ ਬੱਚਾ +2 ਦੇ ਹਲੇ ਐਗਜ਼ਾਮਸ ਨਹੀਂ ਹੋਏ, +2 ਦੇ ਐਗਜ਼ਾਮਸ ਹਲੇ ਹੋਣੇ ਆ। ਕਿਤੇ ਨਾ ਕਿਤੇ ਉਹ ਰਸ਼ ਇੱਕਦਮ ਤੋਂ ਵਧੇਗਾ। ਜੇਕਰ ਇਹ ਆਪਣੀ ਪਹਿਲੇ ਤੋਂ ਸਤੰਬਰ ਨਵੰਬਰ ਇਨਟੇਕ ਦੀਆਂ ਸੀਟਸ ਲੈ ਲੈਂਦੇ ਆ ਤਾਂ ਕਿਤੇ ਨਾ ਕਿਤੇ ਜਿਹੜਾ ਹੁਣ +2 ਦਾ ਬੱਚਾ ਪਾਸ ਆਊਟ ਹੋਏਗਾ ਉਹ ਬੱਚੇ ਦਾ ਰਸ਼ ਜਿਹੜਾ ਉਹ ਮਈ ਦੇ ਵਿੱਚ ਚਲਾ ਜਾਏਗਾ। ਤਾਂ ਅਸੀਂ ਉਹਨਾਂ ਚੀਜ਼ਾਂ ਨੂੰ ਦੇਖਦੇ ਹੋਏ ਸਟੂਡੈਂਟਸ ਨੂੰ ਇਹ ਸੁਜੈਸ਼ਨ ਦਾਂਗੇ, ਜੇਕਰ ਤੁਹਾਡਾ ਬੈਂਡ ਸਕੋਰ ਘੱਟ ਹੈ, ਰਾਦਰ ਦੈਨ ਟੂ ਰਿਪੀਟ ਆਇਲਸ ਅਗੇਨ ਐਂਡ ਅਗੇਨ, ਜੇਕਰ ਤੁਸੀਂ ਇੱਕ ਵਾਰ ਅਪਲਾਈ ਕਰ ਲੈਂਦੇ ਹੋ ਸਾਈਡ ਬਾਈ ਸਾਈਡ ਤੁਸੀਂ 2 ਜਾਂ 3 ਮਹੀਨੇ ਦਾ, ਕਿਉਂਕਿ ਇਨਟੇਕ ਦੇ ਵਿੱਚ ਕਿਤੇ ਨਾ ਕਿਤੇ 5 ਮਹੀਨੇ ਦਾ ਟਾਈਮ ਹੈ, ਬੱਚੇ ਨੂੰ ਅਸੀਂ ਇਹ ਸੁਜੈਸਟ ਕਰਦੇ ਹਾਂ 3 ਮਹੀਨੇ ਬਾਅਦ ਦੁਬਾਰਾ ਆਇਲਸ ਦਿਓ। ਤੁਹਾਡਾ ਆਇਲਸ ਦਾ ਸਕੋਰ ਜਿੱਥੇ ਵੀ ਇੱਕ ਬੈਂਡ ਦੇ ਵਿੱਚ ਕਿਤੇ ਵੀ ਅਟਕਿਆ ਹੋਏਗਾ ਉਹ ਨਿਕਲ ਜਾਏਗਾ। ਪਰ ਜੇਕਰ ਤੁਸੀਂ ਅਪਲਾਈ ਨਹੀਂ ਕਰਦੇ ਔਰ ਤੁਸੀਂ ਇਹ ਸੋਚਦੇ ਰਹਿੰਦੇ ਹੋ, ਮਾਈਂਡ ਦੇ ਵਿੱਚ ਪ੍ਰੈਸ਼ਰ ਲਿਆਉਂਦੇ ਹੋ ਕਿ ਮੈਂ ਆਇਲਸ ਪਹਿਲਾਂ ਵਧਾਵਾਂਗਾ, ਇੰਪਰੂਵ ਕਰਾਂਗਾ, ਉਸ ਤੋਂ ਬਾਅਦ ਅਪਲਾਈ ਕਰਾਂਗਾ, ਤਾਂ ਉਸ ਚੀਜ਼ ਦਾ ਕਿਤੇ ਨਾ ਕਿਤੇ ਡਰਾਬੈਕ ਇਹ ਹੈ ਕਿ ਬੱਚੇ ਦੇ ਇੱਕ ਮੈਂਟਲ ਲੈਵਲ ਦੇ ਉੱਤੇ ਇੱਕ ਪ੍ਰੈਸ਼ਰ ਰਹਿੰਦਾ ਹੈ ਕਿ ਮੇਰਾ ਹਲੇ ਅਪਲਾਈ ਨਹੀਂ ਹੋਇਆ, ਮੈਨੂੰ ਇਹ ਸਕੋਰ ਕੱਢਣਾ ਹੈ। ਜੇਕਰ ਬੱਚਾ ਅਪਲਾਈ ਕਰ ਲੈਂਦਾ ਕਿਤੇ ਨਾ ਕਿਤੇ ਉਹਦਾ ਜਿਹੜਾ ਸਕੋਰ ਹੈ ਉਹ ਇੰਪਰੂਵ ਹੋ ਜਾਂਦਾ ਹੈ। ਸੋ ਬਿਲਕੁਲ ਜੀ, ਖੁੱਲਾ ਟਾਈਮ ਹੋਏਗਾ। ਕਿਤੇ ਨਾ ਕਿਤੇ ਅਗਰ ਬਾਈ ਚਾਂਸ ਦਿੱਕਤ ਆ ਜਾਂਦੀ ਹੈ, ਕੋਈ ਤੁਹਾਡੇ ਪ੍ਰੋਫਾਈਲ ਨੂੰ ਲੈ ਕੇ ਕੋਈ ਨਾ ਕੋਈ ਪ੍ਰੋਬਲਮ ਆ ਜਾਂਦੀ ਹੈ, ਤੁਹਾਡੇ ਕੋਲ ਖੁੱਲਾ ਟਾਈਮ ਹੋਏਗਾ ਤੇ ਤੁਸੀਂ ਜਿਹੜਾ ਇੱਕ ਅੱਛੇ ਤਰੀਕੇ ਦੇ ਨਾਲ ਤੁਹਾਡੀ ਫਾਈਲਿੰਗ ਹੋ ਸਕੇਗੀ। ਆਈ ਹੋਪ ਕਿ ਸਤੰਬਰ ਤੱਕ ਜਿਹੜੀਆਂ ਫਲਾਈਟਸ ਵੀ ਓਪਨ ਹੋ ਜਾਣਗੀਆਂ। ਸੋ ਬੱਚਿਆਂ ਦੇ ਮਨ 'ਚ ਜਿਹੜਾ ਡਰ ਸਭ ਤੋਂ ਵੱਡਾ ਹੁੰਦਾ ਕਿ ਅਸੀਂ ਫਲਾਈ ਕਰ ਪਾਵਾਂਗੇ ਕਿ ਨਹੀਂ ਕਰ ਪਾਵਾਂਗੇ। ਵੀਜ਼ੇ ਲੈ ਕੇ ਤਾਂ ਪਿਛਲੇ ਸਾਲ ਦੇ ਕਾਫੀ ਬੱਚਿਆਂ ਨੇ ਰੱਖੇ ਹੋਏ ਨੇ, ਬਹੁਤ ਸਾਰੇ ਬੱਚੇ ਹਜੇ ਤੱਕ ਵੀ ਫਲਾਈ ਨਹੀਂ ਕਰ ਪਾਏ। ਉਹ ਡਰ ਜਿਹੜਾ ਬੱਚਿਆਂ ਨੂੰ ਸਤਾਉਂਦਾ ਹੈ। ਸੋ ਇਹ ਤਾਂ ਹੁਣ ਟਾਈਮ ਤੇ ਹੀ ਜਿਹੜਾ ਡਿਪੈਂਡ ਕਰਦਾ ਹੈਗਾ ਕਿ ਸਿਚੁਏਸ਼ਨ ਕਿੱਦਾਂ ਦੀ ਹੁੰਦੀ ਹੈ, ਪਰ ਆਪਾਂ ਹੋਪ ਹੀ ਕਰ ਸਕਦੇ ਹਾਂ ਕਿ ਸਤੰਬਰ ਤੱਕ ਨਾਰਮਲ ਹੋ ਜਾਏ, ਸਾਰੇ ਬੱਚੇ ਜਿਹੜੇ ਉਹ ਆਪਣੀ ਆਪਣੀ ਡ੍ਰੀਮ ਡੈਸਟੀਨੇਸ਼ਨ ਤੇ ਪਹੁੰਚ ਸਕਣ। ਅੱਛਾ ਮੈਮ, ਜਦੋਂ ਕੈਨੇਡਾ ਦੀ ਗੱਲ ਆਉਂਦੀ ਹੈ ਜਾਂ ਕਿਸੇ ਵੀ ਕੰਟਰੀ ਦੀ, ਅਸੀਂ ਹਮੇਸ਼ਾ ਉਹਨਾਂ ਬੱਚਿਆਂ ਦੀ ਵੀ ਗੱਲ ਕੀਤੀ ਜਿਨ੍ਹਾਂ ਦਾ ਪ੍ਰੋਫਾਈਲ ਵੀਕ ਹੈਗਾ। ਸੋ ਕਿਊਬੈਕ ਦੇ ਜਦੋਂ ਅਸੀਂ ਕੈਨੇਡਾ ਦੀ ਗੱਲ ਕਰਦੇ ਹਾਂ, ਆਲਮੋਸਟ ਇਹ ਕਿਹਾ ਜਾਂਦਾ ਕਿ ਜਿਹੜੇ ਬੱਚੇ ਚਲੋ 5.5 ਵਾਲੇ ਰਹਿ ਗਏ ਜਾਂ 2 ਮੋਡਿਊਲ 'ਚੋਂ 5.5 ਰਹਿ ਗਏ ਨੇ, ਕਿਊਬੈਕ ਜਾ ਸਕਦੇ ਨੇ। ਸੋ ਹੁਣ ਵੀ ਬੱਚਿਆਂ ਜਿਹੜੇ 5.5 ਬੈਂਡ ਵਾਲੇ ਬੱਚੇ ਹੈਗੇ ਨੇ ਉਹਨਾਂ ਲਈ ਆਪਸ਼ਨ ਖੁੱਲੀਆਂ ਨੇ ਕਿਊਬੈਕ ਦੇ ਵਿੱਚ? ਬਿਲਕੁਲ, ਕਿਊਬਿਕ ਦਾ ਮੈਂ ਤੁਹਾਨੂੰ ਕਲੀਅਰ ਕਰਦਾ। ਬੇਸਿਕਲੀ ਕਿਊਬਿਕ ਜਿਹੜੀ ਗਵਰਨਮੈਂਟ ਹੈ ਉਹ ਟੋਟਲੀ ਅਲੱਗ ਹੈ। ਕਿਊਬਿਕ ਦਾ ਪ੍ਰੋਵਿੰਸ ਅਲੱਗ ਹੈ। ਫੈਡਰਲ ਗਵਰਨਮੈਂਟ ਔਰ ਕਿਊਬਿਕ ਗਵਰਨਮੈਂਟ ਦੋ ਗਵਰਨਮੈਂਟਸ ਹੈ ਜਿਹੜੀ ਕੈਨੇਡਾ ਦੇ ਵਿੱਚ ਆਪਰੇਟ ਕਰਦੀਆਂ। ਫੈਡਰਲ ਗਵਰਨਮੈਂਟ ਦੇ ਅੰਡਰ ਸਾਰੇ ਪ੍ਰੋਵਿੰਸਸ ਆ ਜਾਂਦੇ ਐਕਸੈਪਟ ਕਿਊਬਿਕ। ਤਾਂ ਕਿਤੇ ਨਾ ਕਿਤੇ ਕਿਊਬਿਕ ਗਵਰਨਮੈਂਟ ਦੇ ਆਪਣੇ ਰੂਲਸ ਐਂਡ ਰੈਗੂਲੇਸ਼ਨ ਚੱਲਦੇ ਆ। ਉੱਥੇ ਦਾ ਜਿਹੜਾ ਪ੍ਰੋਸੈਸ ਹੈ ਉਹ ਫੈਡਰਲ ਨਾਲੋਂ ਡਿਫਰੈਂਟ ਹੈ। ਜੇ ਕਿਊਬਿਕ ਕਿਸੇ ਵੀ ਬੱਚੇ ਨੇ ਅਪਲਾਈ ਕਰਨਾ ਹੈ ਤਾਂ ਉਹਨੂੰ ਸਭ ਤੋਂ ਪਹਿਲਾਂ ਕਿਊਬਿਕ ਗਵਰਨਮੈਂਟ ਤੋਂ ਪਰਮਿਸ਼ਨ ਲੈਣੀ ਪਏਗੀ। ਕਿਊਬਿਕ ਅਸੈਪਟੈਂਸ ਸਰਟੀਫਿਕੇਟ ਉਹਨੂੰ ਅਪਲਾਈ ਕਰਨਾ ਪਏਗਾ। ਜਿਹੜੇ ਕਾਲਜਸ ਦੀ ਰਿਕੁਆਇਰਮੈਂਟ ਹੈ ਉਹ ਕਾਫੀ ਕਾਲਜਸ ਹੈਗੇ ਜਿਹੜੇ ਓਵਰਆਲ 6 ਨਾਟ ਲੈਸ ਦੈਨ 5.5 ਬੈਂਡ ਵੀ ਲੈ ਰਹੇ ਆ, ਓਵਰਆਲ 5.5 ਬੈਂਡ ਵੀ ਲੈ ਰਹੇ ਆ। ਈਵਨ ਕਿ ਕੁਝ ਕਾਲਜਸ ਕਿਊਬਿਕ ਦੇ ਵਿੱਚ ਇਦਾਂ ਦੇ ਵੀ ਹੈਗੇ ਆ ਔਰ ਫੈਡਰਲ ਦੇ ਵਿੱਚ ਵੀ ਕਿ ਜਿਹੜੇ ਕਿ ਵਿਦਆਊਟ ਆਇਲਸ ਵੀ ਐਪਲੀਕੇਸ਼ਨ ਲੈਂਦੇ ਆ। ਵਿਦਆਊਟ ਆਇਲਸ ਵੀ ਬੱਚਾ ESL ਦੇ ਨਾਲ ਅਪਲਾਈ ਕਰ ਸਕਦਾ ਹੈ। ਉਹਦਾ ਵੀ ਸਕਸੈਸ ਰੇਟ ਹੈ, ਬਟ ਡਿਪੈਂਡ ਕਰਦਾ ਹੈ ਕਿ ਅਸੀਂ ਫਾਈਲ ਨੂੰ ਪ੍ਰੈਜ਼ੈਂਟ ਕਿੱਦਾਂ ਕਰਦੇ ਹਾਂ। ਬਿਲਕੁਲ ਬਿਲਕੁਲ। ਤੁਸੀਂ ਜੇਕਰ ਤੁਹਾਡੇ ਮਾਰਕਸ ਘੱਟ ਹੈ 65% 60% ਤੋਂ ਘੱਟ ਹੈ, ਤੁਸੀਂ 50% ਤੱਕ ਵੀ ਜੇ ਪਰਸੈਂਟੇਜ ਰੱਖਦੇ ਹੋ ਤਾਂ ਤੁਸੀਂ ਕਿਊਬਿਕ ਦੇ ਵਿੱਚ ਵੀਜ਼ਾ ਲੈ ਸਕਦੇ ਹੋ। ਤੁਸੀਂ ਟੈਕਨੀਕਲ ਪ੍ਰੋਗਰਾਮ ਆਪਟ ਕਰੋ, ਕੌਪਅਪ ਪ੍ਰੋਗਰਾਮ ਆਪਟ ਕਰੋ। ਕੌਪਅਪ ਟ੍ਰੇਨਿੰਗਸ ਦੇ ਨਾਲ ਅਸੀਂ ਪ੍ਰੋਗਰਾਮ ਆਫਰ ਕਰਦੇ ਹਾਂ। ਟੈਕਨੀਕਲ ਪ੍ਰੋਫਾਈਲ ਦੇ ਵਿੱਚ ਜਾਓਗੇ ਜਿੱਥੇ ਥਿਓਰੈਟੀਕਲ ਘੱਟ ਹੋਏਗਾ ਤਾਂ ਤੁਹਾਡਾ ਵੀਜ਼ਾ ਨਿਕਲ ਜਾਏਗਾ। ਕਿਉਂਕਿ ਜਿਹੜਾ ਸਟੂਡੈਂਟ ਪੜ੍ਹਾਈ ਦੇ ਵਿੱਚ ਵੀਕ ਹੈ, ਸਬਜੈਕਟਸ ਦੇ ਵਿੱਚ ਥਿਓਰੈਟੀਕਲ ਵੀਕ ਹੈ, ਆਪਣੇ ਇੰਡੀਆ ਦੀ ਸਟੱਡੀ ਦਾ ਜਿਹੜਾ ਪੈਟਰਨ ਹੈ ਉਹ ਟੋਟਲੀ ਥਿਓਰੈਟੀਕਲ ਹੈ। ਤਾਂ ਕਿਤੇ ਨਾ ਕਿਤੇ ਥਿਓਰੈਟੀਕਲ ਸਟੱਡੀ ਦੇ ਵਿੱਚ ਕੁਝ ਸਟੂਡੈਂਟਸ ਨੂੰ ਪ੍ਰੋਬਲਮ ਆਉਂਦੀ ਹੈ। ਤਾਂ ਇਦਾਂ ਨਹੀਂ ਹੈ ਕਿ ਉਹ ਸਟੂਡੈਂਟ ਲਾਈਫ ਦੇ ਵਿੱਚ ਫੇਲ ਹੋ ਜਾਂਦਾ ਹੈ। ਉਹ ਤੁਸੀਂ ਦੇਖੋਗੇ ਜਿੰਨੇ ਵੀ ਸਕਸੈਸਫੁਲ ਪੀਪਲ ਹੈਗੇ ਉਹਨਾਂ ਦੀ ਸਟੱਡੀਜ਼ ਹੈ ਹੀ ਨਹੀਂ ਕੁਝ ਵੀ। ਬਿਲਕੁਲ। ਪ੍ਰੈਕਟੀਕਲ ਨੌਲੇਜ ਜ਼ਿਆਦਾ ਡਿਪੈਂਡ ਕਰਦੀ ਹੈ।
ਜਿਹੜੀ ਕੈਨੇਡਾ ਕਿਊਬਿਕ ਦੀ ਸਟੱਡੀਜ਼ ਹੈ ਉਹ ਸਾਰੀ ਦੀ ਸਾਰੀ ਪ੍ਰੈਕਟੀਕਲ ਸਟੱਡੀਜ਼ ਦੇ ਨਾਲ ਇਨਵੋਲਵ ਹੈਗੀ ਹੈ। ਪਹਿਲੀ ਚੀਜ਼ ਤੁਹਾਨੂੰ ਕੋਈ ਵੀ ਥਿਓਰੈਟੀਕਲ ਸਬਜੈਕਟ ਲੈਂਗੁਏਜ ਦਾ ਨਹੀਂ ਲੱਗੇਗਾ। ਉਹਦੇ ਨਾਲ ਕੀ ਹੁੰਦਾ, ਬੱਚੇ ਜਿਹੜੇ ਲੈਂਗੁਏਜ ਦੇ ਵਿੱਚ ਵੀਕ ਹੁੰਦੇ ਉਹ ਕਿਤੇ ਨਾ ਕਿਤੇ ਮਾਰ ਖਾਂਦੇ ਆ। ਤੁਹਾਡਾ ਜਿਹੜਾ ਸਬਜੈਕਟ ਹੋਏਗਾ, ਜੇਕਰ ਤੁਸੀਂ ਇੱਕ ਟੈਕਨੀਕਲ ਪ੍ਰੋਗਰਾਮ ਵੈਲਡਿੰਗ ਦਾ ਲੈ ਕੇ ਜਾ ਰਹੇ ਹੋ ਤਾਂ ਤੁਹਾਡੇ ਸਾਰੇ ਸਬਜੈਕਟ ਵੈਲਡਿੰਗ ਐਂਡ ਫਿਟਿੰਗ ਦੇ ਹੀ ਹੋਣਗੇ। ਜੇਕਰ ਤੁਸੀਂ ਇੰਡਸਟਰੀਅਲ ਡਰਾਫਟਿੰਗ ਲੈ ਕੇ ਜਾ ਰਹੇ ਹੋ ਤਾਂ ਤੁਹਾਡੇ ਸਾਰੇ ਕੋਰਸ ਕੰਟੈਂਟ ਸਾਰੇ ਤੁਹਾਡੇ ਇੰਡਸਟਰੀਅਲ ਡਰਾਫਟਿੰਗ ਤੋਂ ਰਿਲੇਟਡ ਹੋਣਗੇ। ਜੇਕਰ ਤੁਸੀਂ ਸਿਵਲ ਇੰਜੀਨੀਅਰ ਟੈਕਨੋਲੋਜੀ ਲੈ ਕੇ ਜਾ ਰਹੇ ਹੋ ਤਾਂ ਤੁਹਾਡਾ ਸਿਵਲ ਤੋਂ ਰਿਲੇਟਡ ਹੀ ਸਾਰੇ ਸਬਜੈਕਟਸ ਹੋਣਗੇ। ਕੋਈ ਵੀ ਤੁਹਾਨੂੰ ਲੈਂਗੁਏਜ ਜਾਂ ਫਰਦਰ ਕੋਈ ਐਕਸਟਰਾ ਸਬਜੈਕਟ ਨਹੀਂ ਲੱਗਦਾ। ਕਿਤੇ ਨਾ ਕਿਤੇ ਉਹਦੇ ਵਿੱਚ ਕੀ ਹੁੰਦਾ ਕਿ ਸਟੂਡੈਂਟ ਦੇ ਮਾਈਂਡ ਦਾ ਜਿਹੜਾ ਪ੍ਰੈਸ਼ਰ ਹੈ, ਕਿਉਂਕਿ ਜਿੱਥੇ ਉਹਦੀ ਨੌਲੇਜ ਜਿਹੜਾ ਉਹਦੇ ਵਾਸਤੇ ਵਧੀਆ ਚੀਜ਼ ਸੀਗੀ, ਜੋ ਜਿੱਥੇ ਉਹਦਾ ਇੰਟਰਸਟ ਸੀਗਾ, ਜੋ ਉਹ ਕਰਨਾ ਚਾਹੁੰਦਾ ਸੀ, ਜਦੋਂ ਉਹਨੂੰ ਸਾਰੇ ਸਬਜੈਕਟ ਤੋਂ ਰੈਲੇਵੈਂਟ ਮਿਲਣਗੇ ਤਾਂ ਉਹਦਾ ਸਕੋਰ ਆਪਣੇ ਆਪ ਵਧੇਗਾ। ਬਿਲਕੁਲ। ਔਰ ਸਭ ਤੋਂ ਵੱਡੀ ਗੱਲ, ਇੰਟਰਨਸ਼ਿਪ ਦੇ ਨਾਲ ਕੀ ਹੁੰਦਾ, ਪ੍ਰੈਕਟੀਕਲ ਟ੍ਰੇਨਿੰਗ ਦੇ ਨਾਲ ਕੀ ਹੁੰਦਾ, ਜੋ ਚੀਜ਼ ਉਹਨੇ ਥਿਓਰੈਟੀਕਲ ਪੜ੍ਹੀ ਹੈ ਉਹਨੂੰ ਪ੍ਰੈਕਟੀਕਲ ਕਰਨ ਦਾ ਜਦੋਂ ਮੌਕਾ ਮਿਲਦਾ ਹੈ ਤਾਂ ਉਹਦੇ ਕਨਸੈਪਟਸ ਹੋਰ ਕਲੀਅਰ ਹੋ ਜਾਂਦੇ ਨੇ। ਬਿਲਕੁਲ ਬਿਲਕੁਲ। ਸੋ ਇਸੇ ਕਰਕੇ ਹਮੇਸ਼ਾ ਅਸੀਂ ਕਹਿੰਦੇ ਹਾਂ ਕਿ ਸਟੱਡੀ ਕਰ ਲਈ ਹੈ, ਬੈਂਡਸ ਵੀ ਆ ਗਏ ਨੇ, ਤੁਹਾਡੇ ਅਪਲਾਈ ਕਰਨਾ ਹੈ, ਪਰ ਕੰਸਲਟੈਂਟ ਕਿੱਦਾਂ ਦਾ ਚੂਜ਼ ਕਰਨਾ ਉਹ ਵੀ ਬਹੁਤ ਜ਼ਰੂਰੀ ਹੈਗਾ, ਕਿਉਂਕਿ ਇੱਕ ਸਹੀ ਕੰਸਲਟੈਂਟ ਦੀ ਚੋਣ ਹੀ ਜਿਹੜਾ ਤੁਹਾਨੂੰ ਤੁਹਾਡੀ ਡ੍ਰੀਮ ਡੈਸਟੀਨੇਸ਼ਨ ਤੇ ਪਹੁੰਚਾ ਸਕਦੀ ਹੈ। ਥੋੜੀ ਬਹੁਤ ਕਮੀ ਪੇਸ਼ੀ ਹੁੰਦੀ ਹੈ, ਉਹਨੂੰ ਕਿਸ ਤਰੀਕੇ ਦੇ ਨਾਲ ਤੁਹਾਡੀ ਫਾਈਲ ਨੂੰ ਪ੍ਰੈਜ਼ੈਂਟ ਕਰਨਾ ਇੱਕ ਸਹੀ ਕੰਸਲਟੈਂਟ ਨੂੰ ਹੀ ਪਤਾ ਹੁੰਦਾ ਹੈ। ਸੋ ਕੰਸਲਟੈਂਟ ਹਮੇਸ਼ਾ ਸਹੀ ਤਰੀਕੇ ਦੇ ਨਾਲ ਚੂਜ਼ ਕਰਿਆ ਕਰੋ, ਅੱਖਾਂ ਖੋਲ ਕੇ ਪੂਰਾ ਸਰਚ ਕਰਨ ਤੋਂ ਬਾਅਦ। ਸੋ ਆਈ ਅਬਰੋਡ ਦੇ ਨੰਬਰ ਤੁਹਾਡੇ ਕੋਲ ਆ ਗਏ ਨੇ ਜੀ, ਆਈ ਹੋਪ ਨੋਟ ਕਰ ਲਏ ਹੋਣਗੇ। ਸਵਾਲ ਸਾਨੂੰ ਜਿਹੜੇ ਤੁਹਾਡੇ ਆਉਂਦੇ ਨੇ, ਹਮੇਸ਼ਾ ਜੋ ਸਾਡੇ ਸਵਾਲ ਹੁੰਦੇ ਨੇ ਅਸੀਂ ਉਹੀ ਸਵਾਲ ਆਪਣੇ ਐਕਸਪਰਟ ਨੂੰ ਪੁੱਛਦੇ ਹਾਂ ਜੋ ਸਾਡੇ ਬੱਚੇ ਪੁੱਛਣਾ ਚਾਹੁੰਦੇ ਨੇ। ਸੋ ਬਾਕੀ ਤੁਸੀਂ ਖੁਦ ਕਾਲ ਕਰਕੇ ਵੀ ਸਵਾਲ ਪੁੱਛੋ ਜੀ, ਆਫਿਸ ਦੇ ਵਿੱਚ ਵਿਜ਼ਿਟ ਕਰੋ। ਅੱਛਾ ਮੈਮ, ਜਦੋਂ ਅਸੀਂ ਗੱਲ ਕਰਦੇ ਹਾਂ ਨਾ, ਕੈਨੇਡਾ ਦੀ ਗੱਲ ਕਰੀਏ, ਕਿਸੇ ਵੀ ਕੰਟਰੀ ਦੀ ਗੱਲ ਕਰੀਏ, ਠੀਕ ਹੈ, ਫਰੈਸ਼ ਪਾਸ ਆਊਟ ਬੱਚਾ ਹੈਗਾ ਆ, ਉਹ ਜਾ ਸਕਦਾ ਹੈ, ਉਹਨਾਂ ਨੂੰ ਪਤਾ ਹੈ, ਪਰ ਕਿਤੇ ਨਾ ਕਿਤੇ ਥੋੜਾ ਬਹੁਤ ਗੈਪ ਹੋ ਜਾਂਦਾ ਹੈ ਨਾ, ਜੌਬ ਕਰਨੀ ਸ਼ੁਰੂ ਕਰ ਦਿੱਤੀ, ਫਿਰ ਆਇਆ ਕਿ ਇੱਥੇ ਤਾਂ ਸੈਟਲਮੈਂਟ ਨਹੀਂ ਹੋ ਰਹੀ, ਹੁਣ ਕੈਨੇਡਾ ਚਲੇ ਜਾਈਏ, ਹੈ ਨਾ। ਸੋ ਮੈਂ ਗੱਲ ਕਰ ਰਹੀ ਹਾਂ ਗੈਪ ਵਾਲਿਆਂ ਦੀ। ਮੈਕਸੀਮਮ ਕਿੰਨਾ ਕੁ ਗੈਪ ਜਿਹੜਾ ਉਹ ਕੈਨੇਡਾ ਲਈ ਚੱਲ ਜਾਏਗਾ? ਏਜ ਦੀ ਕੋਈ ਪ੍ਰੋਬਲਮ ਜਿਹੜੀ ਹੈਗੀ ਹੈ, ਮੈਕਸੀਮਮ ਕਿੰਨੀ ਕੁ ਏਜ ਚੱਲ ਜਾਏਗੀ? ਦੇਖੋ, ਜੇਕਰ ਅਸੀਂ CIC ਦੀ ਵੈਬਸਾਈਟ ਦੇ ਅਕੋਰਡਿੰਗਲੀ ਚੱਲੀਏ ਤਾਂ ਕਿਤੇ ਵੀ CIC ਦੀ ਵੈਬਸਾਈਟ ਨੇ ਸਟੂਡੈਂਟ ਵੀਜ਼ਾ ਵਾਸਤੇ ਕੋਈ ਏਜ ਲਿਮਿਟ ਨਹੀਂ ਦਿੱਤੀ। ਓਕੇ। ਏਜ ਲਿਮਿਟ ਕੋਈ ਵੀ ਨਹੀਂ ਹੈਗੀ ਸਟੂਡੈਂਟ ਵਾਸਤੇ। ਇਟ ਟੋਟਲੀ ਡਿਪੈਂਡ ਔਨ ਸਟੂਡੈਂਟ ਦੇ ਪ੍ਰੋਫਾਈਲ ਦੇ ਉੱਤੇ ਕਿ ਉਹਦਾ ਗੈਪ ਕਿਸ ਰਿਗਾਰਡਿੰਗ ਹੋਇਆ, ਉਹਨੇ ਸਟੱਡੀਜ਼ ਕਿਉਂ ਛੱਡੀਆਂ ਜਾਂ ਦੁਬਾਰਾ ਉਹ ਸਟੱਡੀ ਕਿਉਂ ਕਰਨ ਜਾਣਾ ਚਾਹੁੰਦਾ। ਉਹ ਗੈਪ ਬੈਰੀਅਰ, ਉਹ ਜਿਹੜਾ ਬੈਰੀਅਰ ਹੈਗਾ, ਉਹ ਅਸੀਂ ਕਿੱਦਾਂ ਫਿਲ ਬ੍ਰਿਜ ਨੂੰ ਕਰ ਰਹੇ ਹਾਂ। ਓਕੇ। ਮੈਂ ਜੇ ਦੱਸ ਦਵਾਂ ਤਾਂ ਅਸੀਂ ਆਲਰੇਡੀ ਵੀਜ਼ਾ ਲਿੱਤਾ ਹੋਇਆ 9 ਈਅਰ 10 ਈਅਰ ਗੈਪ ਦੀ ਸਟੂਡੈਂਟ ਦਾ, ਜਿਹਦੇ ਕਿ ਆਲਰੇਡੀ 2009 ਦੇ ਬਾਅਦ ਕੋਈ ਸਟੱਡੀ ਨਹੀਂ ਸੀਗੀ। ਉਹਨਾਂ ਦਾ ਟੋਟਲੀ ਐਕਸਪੀਰੀਅੰਸ ਸੀਗਾ। ਉਹਨਾਂ ਦੇ ਰੀਜ਼ਨ ਸੀਗੇ ਕਿ ਉਹਨਾਂ ਨੇ ਕਿਉਂ ਨਹੀਂ ਦੁਬਾਰਾ ਸਟੱਡੀ ਕਰ ਪਾਏ ਐਂਡ ਉਹਨਾਂ ਦਾ ਵੀਜ਼ਾ ਆਇਆ। ਸੋ ਬਹੁਤ ਸਾਰੇ ਇਦਾਂ ਦੇ ਪ੍ਰੋਫਾਈਲਸ ਹੈਗੇ ਆ ਜਿਨ੍ਹਾਂ ਨੂੰ ਜੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂਗੀ ਤਾਂ ਤੁਹਾਨੂੰ ਵੀ ਹੈਰਾਨੀ ਹੋਏਗੀ। 2004 ਦੇ ਵਿੱਚ ਬੱਚੇ ਨੇ +2 ਕੀਤੀ ਸੀਗੀ। ਓਕੇ। ਉਸ ਤੋਂ ਬਾਅਦ ਉਹਦੀ ਸਟੱਡੀਜ਼ ਦੇ ਵਿੱਚ ਬਹੁਤ ਜ਼ਿਆਦਾ ਗੈਪ ਸੀਗੇ। 7 ਤੋਂ 10 ਦੇ ਵਿੱਚ ਉਹਨੇ ਬੈਚਲਰ ਕੀਤੀ, ਫਿਰ ਉਸ ਤੋਂ ਬਾਅਦ 15 ਤੋਂ 17 ਉਹਨੇ ਮਾਸਟਰਸ ਕੀਤੀ ਐਂਡ 17 ਤੋਂ ਬਾਅਦ ਮਾਸਟਰਸ ਤੋਂ ਬਾਅਦ ਉਹ ਦੁਬਾਰਾ ਪੜਨ ਜਾਣਾ ਚਾਹੁੰਦਾ ਸੀ। ਉਹਦੇ ਗੈਪ ਜਿਹੜੇ ਡਿਊਰੇਸ਼ਨ ਸੀਗੇ ਉਹ ਸੀਗੇ ਤਾਂ ਬਹੁਤ ਜ਼ਿਆਦਾ, ਬਟ ਹੀ ਹੈਜ਼ ਟੋਟਲੀ ਜਸਟੀਫਿਕੇਸ਼ਨ ਆਫ ਦੈਟ। ਕਿਉਂ ਨਹੀਂ ਉਹ ਕਰ ਪਾਇਆ, ਉਹਦੇ ਫੈਮਿਲੀ ਸਰਕਮਸਟੈਂਸਸ ਬਣੇ, ਬਟ ਉਹ ਉਸ ਟਾਈਮ ਡਿਊਰੇਸ਼ਨ ਦੇ ਵਿੱਚ ਕੁਝ ਨਾ ਕੁਝ ਕਰਦਾ ਰਿਹਾ। ਗੈਪ ਦਾ ਮੀਨਿੰਗ ਇਹ ਹੁੰਦਾ ਹੈ ਕਿ ਸਟੱਡੀ ਦੇ ਵਿੱਚ ਮੰਨ ਲਓ ਤੁਸੀਂ ਗੈਪ ਪਾਤਾ ਹੈ, ਬਟ ਉਸ ਡਿਊਰੇਸ਼ਨ ਦੇ ਵਿੱਚ ਤੁਸੀਂ ਜੌਬ ਕੀਤੀ ਹੈ, ਤੁਸੀਂ ਕੋਈ ਐਕਸਪੀਰੀਅੰਸ ਗੇਨ ਕੀਤਾ ਹੈ, ਤੁਸੀਂ ਕੋਈ ਟ੍ਰੇਨਿੰਗ ਕੀਤੀ ਹੈ, ਤੁਸੀਂ ਕੋਈ ਡਿਪਲੋਮਾ ਕੀਤਾ ਹੈ, ਕੋਈ ਸਰਟੀਫਿਕੇਟ ਕੋਰਸ ਕੀਤਾ, ਉਹਨੂੰ ਜ਼ਰੂਰ ਤੁਸੀਂ ਮੈਂਸ਼ਨ ਕਰੋ। ਉਹਦੇ ਨਾਲ ਕੀ ਹੁੰਦਾ, ਤੁਹਾਡਾ ਗੈਪ ਜਸਟੀਫਾਈ ਹੋ ਜਾਂਦਾ ਹੈ। ਜੇਕਰ ਤੁਸੀਂ ਕਹਿੰਦੇ ਹੋ ਮੈਂ ਫ੍ਰੀ ਬੈਠਾ 4 ਸਾਲ ਐਂਡ ਹੁਣ ਮੈਨੂੰ ਸਡਨਲੀ ਦਿਮਾਗ ਦੇ ਵਿੱਚ ਆਇਆ ਮੈਂ ਕੈਨੇਡਾ ਜਾ ਕੇ ਪੜ੍ਹਨਾ, ਤਾਂ ਫਿਰ ਉਹ ਜਸਟੀਫਿਕੇਸ਼ਨ ਨਹੀਂ ਬਣਦੀ। ਬਿਲਕੁਲ ਇੱਕ ਸਹੀ ਜਸਟੀਫਿਕੇਸ਼ਨ ਹੋਣੀ ਚਾਹੀਦੀ ਹੈ, ਕਿਉਂਕਿ ਆਲਮੋਸਟ ਸਾਰੇ ਏਜੰਟ, ਸਾਰੇ ਕੰਸਲਟੈਂਟ 2 ਸਾਲ ਦਾ ਗੈਪ ਵੀ ਹੈਗਾ ਉਹਨਾਂ ਨੂੰ ਵੀ ਮਨਾ ਕਰ ਦਿੰਦੇ ਆ। ਸੋ ਮੈਂ ਕਹਿ ਸਕਦੀ ਕਿ ਆਈ ਅਬਰੋਡ ਗੈਪ ਵਾਲੇ ਬੱਚਿਆਂ ਦਾ ਵੀ ਵੈਲਕਮ ਕਰ ਰਿਹਾ ਤੇ ਉਹਨਾਂ ਨੂੰ ਕੈਨੇਡਾ ਭੇਜ ਸਕਦਾ ਹੈ ਨਾ। ਬਿਲਕੁਲ ਜੀ, ਗੈਪ ਵਾਲੇ ਸਟੂਡੈਂਟ ਸਾਡੇ ਕੋਲ ਆ ਸਕਦੇ ਆ, ਅਸੀਂ ਉਹਨਾਂ ਨੂੰ ਬੈਸਟ ਅਪੋਰਚੁਨਿਟੀਜ਼ ਦਾਂਗੇ ਐਂਡ ਉਹਨਾਂ ਦਾ ਜੋ ਵੀ ਪ੍ਰੋਫਾਈਲ ਹੈਗਾ ਉਹਦੇ ਵਿੱਚ ਗੈਪ ਉਹਨਾਂ ਦੇ ਕਿਸ ਰੀਜ਼ਨਸ ਤੋਂ ਆਇਆ ਉਹ ਪ੍ਰੋਪਰ ਕਾਉਂਸਲਿੰਗ ਹੁੰਦੀ ਹੈ। ਬੇਸਿਕਲੀ ਕੀ ਹੈ ਕਿ ਸਟੂਡੈਂਟ ਨੂੰ ਨਾ ਗੈਪ ਦੀ ਜਸਟੀਫਿਕੇਸ਼ਨ ਪਤਾ ਹੀ ਨਹੀਂ। ਜਿਹੜਾ ਬੱਚੇ ਨੇ ਕੁਝ ਵੀ ਗੈਪ ਟਾਈਮ ਪੀਰੀਅਡ ਦੇ ਵਿੱਚ ਕੀਤਾ ਹੈ ਜਿਹਨੂੰ ਉਹ ਜਸਟੀਫਾਈ ਕਰ ਸਕਦਾ, ਉਹ ਗੈਪ ਨਹੀਂ ਗਿਣਿਆ ਜਾਂਦਾ। ਗੈਪ ਹੁੰਦਾ ਜਿਹਦੇ ਵਿੱਚ ਤੁਸੀਂ ਫ੍ਰੀ ਬੈਠੇ ਹੋ, ਘਰ ਬੈਠੇ ਹੋ। ਸੋ ਮਤਲਬ ਕਿ ਇੱਕ ਸਹੀ ਜੌਬ ਕਰ ਰਹੇ ਹੋ, ਤੁਸੀਂ ਜਸਟੀਫਾਈ ਕਰ ਸਕਦੇ ਹੋ, ਤੁਸੀਂ ਮਤਲਬ 5 ਸਾਲ ਦਾ 10 ਸਾਲ ਦਾ ਗੈਪ ਵੀ ਹੈਗਾ, ਤੁਸੀਂ ਉਹ ਟਾਈਮ ਡਿਊਰੇਸ਼ਨ ਦੇ ਵਿੱਚ ਕੀਤਾ ਕੀ ਹੈ
ਉਹ ਬਹੁਤ ਜ਼ਿਆਦਾ ਮੈਟਰ ਕਰਦਾ ਹੈ। ਤੇ ਫਿਰ ਉਸ ਤੋਂ ਬਾਅਦ ਜਿਵੇਂ ਮੈਮ ਨੇ ਦੱਸ ਹੀ ਦਿੱਤਾ, ਏਜ ਦੀ ਕੋਈ ਪ੍ਰੋਬਲਮ ਨਹੀਂ ਹੈਗੀ, ਗੈਪ ਦੀ ਕੋਈ ਪ੍ਰੋਬਲਮ ਨਹੀਂ ਹੈਗੀ। ਸੋ ਬਹੁਤ ਸਾਰੇ ਇੱਦਾਂ ਦੇ ਲੋਕ ਸਾਡਾ ਸ਼ੋਅ ਦੇਖਦੇ ਹੋਣਗੇ, ਗੈਪ ਆ ਗਿਆ ਬਹੁਤ ਸਾਰਾ ਤੇ ਉਹਨਾਂ ਨੂੰ ਲੱਗਦਾ ਕਿ ਹੁਣ ਅਸੀਂ ਕੈਨੇਡਾ ਨਹੀਂ ਜਾ ਸਕਦੇ। ਸੋ ਉਹਨਾਂ ਲਈ ਅੱਜ ਗੁੱਡ ਨਿਊਜ਼ ਇਸ ਸ਼ੋਅ ਦੇ ਵਿੱਚ ਅਸੀਂ ਸ਼ੇਅਰ ਕੀਤੀ ਹੈ ਜੀ। ਤੁਸੀਂ ਇੱਕ ਵਾਰ ਆਈ ਅਬਰੋਡ ਨੂੰ ਕਾਲ ਕਰ ਸਕਦੇ ਹੋ, ਆਫਿਸ ਦੇ ਵਿੱਚ ਵਿਜ਼ਿਟ ਕਰ ਸਕਦੇ ਹੋ, ਆਪਣਾ ਪ੍ਰੋਫਾਈਲ ਡਿਸਕਸ ਕਰ ਸਕਦੇ ਹੋ। ਸੋ ਆਈ ਹੋਪ ਕਿ ਤੁਹਾਡਾ ਵੀਜ਼ਾ ਜਿਹੜਾ ਉਹ ਵੀ ਕੈਨੇਡਾ ਦਾ ਲੱਗ ਜਾਏਗਾ। ਅੱਛਾ ਮੈਮ, ਹੁਣ ਕੈਨੇਡਾ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਆਸਟ੍ਰੇਲੀਆ ਦੀ। ਆਸਟ੍ਰੇਲੀਆ ਦੀ ਇਸ ਟਾਈਮ ਦੀ ਕੀ ਸਿਚੁਏਸ਼ਨ ਚੱਲ ਰਹੀ ਹੈ? ਬੱਚੇ ਜਾ ਸਕਦੇ ਨੇ? ਕਿਉਂਕਿ ਆਸਟ੍ਰੇਲੀਆ ਦੀ ਗੱਲ ਬਹੁਤ ਘੱਟ ਕੀਤੀ ਜਾਂਦੀ ਹੈ ਨਾ, ਤੁਹਾਨੂੰ ਵੀ ਪਤਾ ਜ਼ਿਆਦਾਤਰ ਸਾਰੇ ਏਜੰਟ ਸਿਰਫ ਕੈਨੇਡਾ ਦੀ ਹੀ ਗੱਲ ਕਰਦੇ ਨੇ ਤੇ ਬੱਚਿਆਂ ਨੂੰ ਵੀ ਲੱਗਦਾ ਸਿਰਫ ਕੈਨੇਡਾ ਹੀ ਖੁੱਲ੍ਹਾ ਹੈਗਾ ਹੈ। ਆਸਟ੍ਰੇਲੀਆ ਦੇ ਵਿੱਚ ਇਸ ਟਾਈਮ ਜਿਹੜੀ ਕੰਡੀਸ਼ਨਸ ਚੱਲ ਰਹੀ ਹੈ, ਵੀਜ਼ਾ ਸਕਸੈਸ ਰੇਸ਼ੋ ਕਾਫੀ ਅੱਛਾ ਆ ਰਿਹਾ ਹੈ। ਆਸਟ੍ਰੇਲੀਆ ਦਾ ਜੇ ਮੈਂ ਗੱਲ ਕਰਾਂ, 8-9 ਵੀਜ਼ਾਸ ਅਸੀਂ ਵੀ ਪਿੱਛੇ ਰਿਸੀਵ ਕੀਤੇ ਹੈਗੇ, ਇੱਕੋ ਦਿਨ ਦੇ ਵਿੱਚ ਆਏ ਹੈਗੇ ਸਟੂਡੈਂਟਸ ਦੇ। ਸਭ ਤੋਂ ਅੱਛਾ ਜਿਹੜਾ ਪਲੱਸ ਪੁਆਇੰਟ ਹੈਗਾ ਆਸਟ੍ਰੇਲੀਆ ਦਾ ਕਿ ਜਿਹੜੇ ਵੀਜ਼ਾਸ ਇਸ ਟਾਈਮ ਰਿਸੀਵ ਹੋ ਰਿਹਾ, ਸਾਨੂੰ 3 ਦਿਨ 4-4 ਪ੍ਰੋਗਰਾਮ ਸਾਲ ਦੇ ਪ੍ਰੋਗਰਾਮ ਦੇ ਰਿਸੀਵ ਹੋ ਰਿਹਾ। ਉਹਦੇ ਵਿੱਚ ਕੀ ਹੈ, ਕਿਤੇ ਵੀ ਸਟੂਡੈਂਟ ਪੈਨਿਕ ਨਹੀਂ ਹੋ ਰਿਹਾ, ਕਿਉਂ? ਉਹਨੂੰ ਪਤਾ ਮੇਰਾ 3 ਸਾਲ ਦਾ ਵੀਜ਼ਾ, ਜੇ ਮੈਂ 3 ਮਹੀਨੇ ਜਾਂ 6 ਮਹੀਨੇ ਬਾਅਦ ਵੀ ਜਾ ਰਿਹਾ ਤਾਂ ਵੀ ਮੇਰੇ ਕੋਲ 2.5-3 ਸਾਲ ਪਏ ਨੇ। ਬਿਲਕੁਲ। ਤਾਂ ਕਿਤੇ ਨਾ ਕਿਤੇ ਉੱਥੇ ਜਿਹੜੇ ਪ੍ਰੋਗਰਾਮਸ ਹੈ, ਡਿਗਰੀ ਪ੍ਰੋਗਰਾਮਸ ਹੈ, ਡਿਪਲੋਮਾ ਪਲੱਸ ਸਰਟੀਫਿਕੇਟ ਪ੍ਰੋਗਰਾਮਸ ਹੈ, ਉਹ ਸਾਨੂੰ 3 ਜਾਂ 4-5 ਸਾਲ ਦੇ ਡਿਊਰੇਸ਼ਨਸ ਤੇ ਮਿਲ ਰਹੇ ਆ। ਤਾਂ ਕਿਤੇ ਨਾ ਕਿਤੇ ਉਹਨੂੰ ਅਸੀਂ ਪੋਜ਼ਿਟਿਵਲੀ ਦੇਖਦੇ ਹਾਂ। ਇਸ ਤੋਂ ਇਲਾਵਾ ਆਸਟ੍ਰੇਲੀਆ ਦੇ ਕਾਫੀ ਕਾਲਜਿਸ ਔਰ ਯੂਨੀਵਰਸਿਟੀਜ਼ ਹੈਗੇ ਜਿਹੜੇ ਗੈਪ ਵਾਲੇ ਸਟੂਡੈਂਟਸ ਨੂੰ ਵੀ ਅਸੈਪਟ ਕਰਨਾ ਸ਼ੁਰੂ ਕਰ ਚੁੱਕੇ ਆ, ਜਦਕਿ ਉਹ ਪਹਿਲਾਂ 1 ਸਾਲ ਤੋਂ ਉੱਪਰ ਦਾ ਗੈਪ ਨਹੀਂ ਅਸੈਪਟ ਕਰਦੇ ਸੀ। ਹੁਣ +2 ਤੋਂ ਬਾਅਦ ਅਸੀਂ 2 ਤੋਂ 3 ਸਾਲ ਦਾ ਗੈਪ ਵੀ ਅਸੈਪਟ ਕਰ ਰਹੇ ਹਾਂ। ਓਕੇ, ਸੋ ਬਿਲਕੁਲ ਜੀ, ਆਸਟ੍ਰੇਲੀਆ ਜਾਣ ਦੇ ਚਾਹਵਾਨ ਬੱਚੇ ਜਿਹੜੇ ਉਹ ਵੀ ਅਪਲਾਈ ਕਰ ਸਕਦੇ ਨੇ। ਜਿਵੇਂ ਕਿ ਹੁਣੇ ਆਸਟ੍ਰੇਲੀਆ ਦੀ ਗੱਲ ਜਿਹੜੀ ਉਹ ਚੱਲ ਰਹੀ ਹੈ। ਅੱਛਾ ਮੈਮ, ਜਦੋਂ ਆਸਟ੍ਰੇਲੀਆ ਦੀ ਗੱਲ ਆਉਂਦੀ ਹੈ ਤਾਂ ਸਭ ਨੂੰ ਲੱਗਦਾ ਕਿ ਸਭ ਤੋਂ ਜੋ ਪੋਜ਼ਿਟਿਵ ਪੁਆਇੰਟ ਹੈਗਾ ਕਿ ਅਸੀਂ ਸਪਾਊਸ ਨੂੰ ਲੈ ਕੇ ਜਾ ਸਕਦੇ ਹਾਂ ਨਾਲ ਹੀ, ਹੈ ਨਾ। ਸੋ ਇਸ ਬਾਰੇ ਦੱਸੋ, ਸਪਾਊਸ ਕਦੋਂ ਨਾਲ ਜਾ ਸਕਦਾ ਆਸਟ੍ਰੇਲੀਆ? ਕਿਉਂਕਿ +2 ਵਾਲਾ ਬੱਚਾ ਕੀ ਸਪਾਊਸ ਨੂੰ ਨਾਲ ਲੈ ਜਾ ਸਕਦਾ ਜਾਂ ਗ੍ਰੈਜੂਏਟ ਹੋਣਾ ਜਿਹੜਾ ਉਹ ਜ਼ਰੂਰੀ ਹੋਏਗਾ? ਦੇਖੋ, ਸਪਾਊਸ ਜਿਹੜਾ ਹੈਗਾ ਸਟੂਡੈਂਟ ਦੇ ਨਾਲ ਜਾ ਸਕਦਾ ਹੈਗਾ, ਪਹਿਲੇ ਦਿਨ ਤੋਂ ਜਾ ਸਕਦਾ ਹੈਗਾ, +2 ਤੋਂ ਬਾਅਦ ਵੀ ਬੱਚਾ ਲੈ ਕੇ ਜਾ ਸਕਦਾ, ਔਰ ਜਿਹੜਾ ਗ੍ਰੈਜੂਏਸ਼ਨ ਹੈ ਉਸ ਤੋਂ ਬਾਅਦ ਵੀ ਬੱਚਾ ਲੈ ਕੇ ਜਾ ਸਕਦਾ। ਕਿਉਂਕਿ ਕਈ ਕਹਿੰਦੇ ਨੇ ਨਾ ਏਜੰਟ ਕਿ +2 ਤੋਂ ਬਾਅਦ ਜਿਹੜਾ ਸਪਾਊਸ ਨਹੀਂ ਜਾ ਸਕੇਗਾ। ਨਹੀਂ, +2 ਤੋਂ ਬਾਅਦ ਕੁਝ ਪ੍ਰੋਗਰਾਮਸ ਐਦਾਂ ਦੇ ਹੈਗੇ ਆ ਜਿਨ੍ਹਾਂ ਦੇ ਵਿੱਚ ਜੇ ਯੂਨੀਵਰਸਿਟੀ ਪ੍ਰੋਗਰਾਮ ਬੱਚਾ ਲੈ ਕੇ ਜਾ ਰਿਹਾ ਤਾਂ ਸਪਾਊਸ ਉਹ ਨਾਲ ਲੈ ਕੇ ਜਾ ਸਕਦਾ, ਯੂਨੀਵਰਸਿਟੀਜ਼ ਉਹਨਾਂ ਨੂੰ ਸਪਾਂਸਰ ਕਰ ਦਿੰਦੀ ਜੀ। ਅੱਛਾ ਮੈਮ, ਹਮੇਸ਼ਾ ਨਾ ਬੱਚਿਆਂ ਦੀ ਇੱਕ ਸ਼ਿਕਾਇਤ ਹੁੰਦੀ ਆ, ਬੱਚੇ ਨੇ ਕੈਨੇਡਾ ਜਾਣਾ, ਆਸਟ੍ਰੇਲੀਆ ਜਾਣਾ, ਕੋਈ UK ਜਾਣਾ, ਕੁਛ ਇੱਕ ਉਹਦੀ ਵੀ ਮਨਪਸੰਦ ਜਗ੍ਹਾ ਹੁੰਦੀ ਹੈ ਕਿ ਅਸੀਂ ਇੱਥੇ ਜਾਈਏ, ਰਿਸ਼ਤੇਦਾਰ ਇੱਥੇ ਨੇ, ਫਰੈਂਡਸ ਇੱਥੇ ਨੇ, ਪਰ ਜਦੋਂ ਉਹ ਕੰਸਲਟੈਂਟ ਦੇ ਕੋਲ ਜਾਂਦੇ ਨੇ, ਕਿਸੇ ਵੀ ਕੰਪਨੀ ਕੋਲ ਜਾਂਦੇ ਨੇ, ਤੇ ਉਹ ਆਪਣੀ ਪਸੰਦ ਦਾ ਕਾਲਜ, ਆਪਣੀ ਪਸੰਦ ਦੀ ਸਿਟੀ, ਆਪਣੀ ਪਸੰਦ ਦੀ ਜਗ੍ਹਾ ਥੋਪਣਾ ਚਾਹੁੰਦੇ ਨੇ ਬੱਚਿਆਂ 'ਤੇ। ਸੋ ਮੈਂ ਆਈ ਅਬਰੋਡ ਦੀ ਗੱਲ ਕਰਨਾ ਚਾਹਾਂਗੀ ਕਿ ਤੁਸੀਂ ਬੱਚਿਆਂ ਨੂੰ ਮਨਪਸੰਦ ਸਿਟੀ, ਮਨਪਸੰਦ ਕਾਲਜ ਲੈਣ ਦੇ ਵਿੱਚ ਹੈਲਪ ਕਰਦੇ ਹੋ, ਜਾਂ ਫਿਰ ਕਿਉਂਕਿ ਬਹੁਤ ਸਾਰੇ ਕੰਸਲਟੈਂਟ ਦੇ ਕੋਲ ਗਿਣੇ ਚੁਣੇ 2-4 ਕਾਲਜ ਹੁੰਦੇ ਨੇ, ਠੀਕ ਹੈ, ਇਹਦੇ ਵਿੱਚ ਹੀ ਸਾਰੇ ਬੱਚਿਆਂ ਨੂੰ ਅਪਲਾਈ ਕਰਾਉਂਦੇ ਰਹੋ? ਨਹੀਂ, ਦੇਖੋ, ਆਈ ਅਬਰੋਡ ਐਜੂਕੇਸ਼ਨ ਸਟੂਡੈਂਟਸ ਨੂੰ ਦੋਨੋਂ ਆਪਸ਼ਨਸ ਦੇਗਾ। ਮੈਂ ਸਿਰਫ ਇੱਥੇ ਇੱਕ ਚੀਜ਼ ਹੋਰ ਕਹਿਣਾ ਚਾਹਾਂਗੀ, ਜਿੱਥੇ ਆਪਾਂ ਏਜੰਟਸ ਦੇ ਉੱਤੇ ਲਾ ਰਹੇ ਹੈਗੇ ਇਲਜ਼ਾਮ, ਮੈਨੂੰ ਨਹੀਂ ਲੱਗਦਾ ਉਹ ਸਹੀ ਹੈਗਾ। ਮੇਬੀ ਕੁਝ ਏਜੰਟ ਇਦਾਂ ਕਰਦੇ ਹੋਣ, ਬਟ ਜ਼ਿਆਦਾਤਰ ਹਰ ਏਜੰਟ ਦਾ ਜਿਹੜਾ ਇੱਕ ਮਾਈਂਡ ਦੇ ਵਿੱਚ ਹੁੰਦਾ ਸਟੂਡੈਂਟ ਨੂੰ ਕੈਰੀਅਰ ਕਾਉਂਸਲਿੰਗ ਕਰਨਾ, ਉਹ ਕਿਹੜੇ ਪ੍ਰੋਫਾਈਲ ਦੇ ਅਕੋਰਡਿੰਗਲੀ ਕਿਹੜੀ ਕੰਟਰੀ ਜਾ ਸਕਦਾ, ਕਿਹੜੇ ਕਾਲਜ ਵਾਸਤੇ ਐਲੀਜੀਬਲ ਹੈ। ਹੁਣ ਬੱਚਾ ਬਹੁਤ ਵਾਰ ਸਟੂਡੈਂਟਸ ਜਿਹੜੀਆਂ ਜ਼ਿੱਦ ਫੜ ਕੇ ਬਹਿ ਜਾਂਦੇ ਆ ਵੀ 2 ਸਾਲ ਪਹਿਲਾਂ ਮੇਰੀ ਮਾਸੀ ਦਾ ਮੁੰਡਾ ਇਸ ਕਾਲਜ 'ਚ ਗਿਆ ਸੀ, ਮੈਂ ਵੀ ਇੱਥੇ ਹੀ ਜਾਣਾ, ਬਟ ਪ੍ਰੋਫਾਈਲ ਮੈਚ ਅੱਜ ਦੀ ਡੇਟ ਦੇ ਵਿੱਚ ਉਹਦਾ ਐਲੀਜੀਬਿਲਟੀ ਕ੍ਰਾਈਟੇਰੀਆ ਉਸ ਕਾਲਜ ਨੂੰ ਮੈਚ ਹੀ ਨਹੀਂ ਕਰਦਾ। ਤੁਸੀਂ ਵੀਜ਼ਾ ਲੈ ਕੇ ਆਪਣੇ ਰਿਸ਼ਤੇਦਾਰ ਕੋਲ ਤਾਂ ਤਦ ਪਹੁੰਚੋਗੇ ਨਾ ਜਦ ਇੱਥੋਂ ਤੁਹਾਡਾ ਵੀਜ਼ਾ ਸਟੈਂਪ ਹੋਏਗਾ। ਤੁਸੀਂ ਫਾਈਲ ਹੀ ਉਸ ਪ੍ਰੋਫਾਈਲ ਦੀ ਲਗਾਤੀ ਜਿਹਦੇ ਵਿੱਚ ਵੀਜ਼ਾ ਸਕਸੈਸ ਰੇਸ਼ੋ ਹੀ 0 ਹੈ, ਫਿਰ ਉਹਦੇ ਵਿੱਚ ਆਪਾਂ ਰਿਸ਼ਤੇਦਾਰ ਦੀ ਤਾਂ ਗੱਲ ਹੀ ਵੱਖਰੀ ਹੋ ਗਈ, ਰਿਸ਼ਤੇਦਾਰ ਤੱਕ ਤਾਂ ਪਹੁੰਚਾਂਗੇ ਕਿੱਦਾਂ? ਇੱਥੇ ਕਿਤੇ ਨਾ ਕਿਤੇ ਬੱਚਿਆਂ ਨੂੰ ਮੈਨੂੰ ਲੱਗਦਾ ਕੰਪਰੋਮਾਈਜ਼ ਕਰਨਾ ਹੀ ਚਾਹੀਦਾ ਹੈ, ਬਿਕੋਜ਼ ਜਿਹੜਾ ਅੱਜ ਦੇ ਡੇਟ ਦੇ ਅਕੋਰਡਿੰਗਲੀ ਤੁਹਾਡਾ ਪ੍ਰੋਫਾਈਲ ਹੈ, ਜੇ ਕਿਸੇ ਕਾਲਜ ਨੂੰ ਮੈਚ ਨਹੀਂ ਕਰਦਾ। ਹੁਣ ਇੱਥੇ ਇੱਕ ਚੀਜ਼ ਹੋਰ ਵੀ ਹੈਗੀ ਹੈ, ਸਟੂਡੈਂਟ ਜਿਹੜਾ ਕੈਨੇਡਾ ਆਸਟ੍ਰੇਲੀਆ ਜਾਣਾ ਚਾਹੁੰਦਾ, ਉਹਨੂੰ ਕਾਲਜ ਦੱਸਦਾ ਇੱਕ ਏਜੰਟ ਨੇ, ਕਾਲਜ ਦੀ ਵੈਬਸਾਈਟ ਦੇ ਉੱਤੇ ਜਾ ਕੇ ਰਿਕੁਆਇਰਮੈਂਟ ਕਿਉਂ ਨਹੀਂ ਚੈੱਕ ਕਰਦਾ? ਜਿਹੜੇ ਕਾਲਜ ਦੇ ਵਿੱਚ ਉਹਦਾ ਰਿਲੇਟਿਵ ਗਿਆ ਸੀਗਾ, ਉਸ ਦਿਨ ਗਿਆ ਸੀ, ਉਸ ਦਿਨ ਦੀ ਰਿਕੁਆਇਰਮੈਂਟ ਨਾ ਚੈੱਕ ਕਰੋ। ਅੱਜ ਦੀ ਡੇਟ ਦੇ ਵਿੱਚ ਕਾਲਜ ਦੀ ਕੀ ਰਿਕੁਆਇਰਮੈਂਟ ਹੈਗੀ, ਤੁਸੀਂ ਮੀਟ ਕਰ ਰਹੇ ਹੋ, ਜੇਕਰ ਤੁਸੀਂ ਮੀਟ ਕਰ ਰਹੇ ਹੋ ਤਾਂ ਜਿਸ ਏਜੰਟ ਕੋਲ ਉਹ ਕਾਲਜ ਆ ਉੱਥੇ ਜਾਓ।
ਉਹਦੇ ਵਿੱਚ ਕੋਈ ਸ਼ੱਕ ਨਹੀਂ। ਪਰ ਜੇਕਰ ਤੁਸੀਂ ਮੀਟ ਨਹੀਂ ਕਰ ਰਹੇ ਔਰ ਤੁਹਾਨੂੰ ਕੋਈ ਏਜੰਟ ਕਹਿੰਦਾ ਮੈਂ ਇਹ ਕਾਲਜ ਦਵਾ ਦਾਂਗਾ, ਤਾਂ ਉੱਥੇ ਕਿਤੇ ਨਾ ਕਿਤੇ ਤੁਹਾਡਾ ਵੀਜ਼ਾ ਰਿਫਿਊਜ਼ ਹੋਏਗਾ, ਕਿਉਂਕਿ ਉਹ ਏਜੰਟ ਜੇ 100 ਲੈਟਰ ਉਸ ਕਾਲਜ ਤੋਂ ਲੈਂਦਾ, ਉਹ ਇੱਕ ਲੈਟਰ ਤਾਂ ਕਢਾ ਦੇਗਾ ਪਰ ਵੀਜ਼ਾ ਨਹੀਂ ਕਢਾ ਸਕੇਗਾ ਵੀਜ਼ਾ ਆਫਿਸਰ ਤੋਂ। ਵੀਜ਼ਾ ਆਫਿਸਰ ਦੇ ਅੱਗੇ ਕਿਸੇ ਦੀ ਸਿਫਾਰਿਸ਼ ਨਹੀਂ ਚੱਲਦੀ, ਨਾ ਤੁਸੀਂ ਜਾਣਾ ਵੀਜ਼ਾ ਲੈਣ, ਨਾ ਮੈਂ ਜਾਣਾ, ਨਾ ਤੁਹਾਡੇ ਕਿਸੇ ਏਜੰਟ ਨੇ ਜਾਣਾ, ਨਾ ਤੁਹਾਡੇ ਕਿਸੇ ਰਿਲੇਟਿਵ ਨੇ ਜਾਣਾ। ਉੱਥੇ ਜਾਣੀ ਹੈ ਫਾਈਲ ਦੇ ਉੱਤੇ ਸਭ ਤੋਂ ਪਹਿਲਾਂ ਚੀਜ਼ਾਂ ਚੈੱਕ ਹੁੰਦੀਆਂ, ਰੈਲੇਵੈਂਸੀ ਕੀ ਹੈ, ਕੋਰਸ ਕੀ ਹੈ, ਕਾਲਜ ਕੀ ਹੈ, ਸਬਜੈਕਟਸ ਕੀ ਹੈ। ਜੇਕਰ ਤੁਹਾਡੇ ਸਾਰੀ ਚੀਜ਼ਾਂ ਮੈਚ ਕਰਦੀਆਂ, ਸਾਰਾ ਪ੍ਰੋਫਾਈਲ ਠੀਕ ਹੈ, ਤਦ ਹੀ ਵੀਜ਼ਾ ਸਟੈਂਪ ਹੋਏਗਾ। ਐਦਾਂ ਕਿੱਦਾਂ ਵੀਜ਼ਾ ਮਿਲ ਜਾਏਗਾ? ਬਿਲਕੁਲ। ਅੱਛਾ ਮੈਮ, ਰਿਫਿਊਜ਼ਲ ਵਾਲੇ ਬੱਚਿਆਂ ਦੀ ਗੱਲ ਕਰਨਾ ਚਾਹਾਂਗੀ, ਜਿਨ੍ਹਾਂ ਦੀ ਰਿਫਿਊਜ਼ਲ ਆਈ ਹੈ, ਦੁਬਾਰਾ ਚਾਂਸਸ ਕਿੰਨੇ ਕੁ ਹੈਗੇ ਨੇ ਉਹਨਾਂ ਦੇ? ਦੇਖੋ, ਜਿਹੜੇ ਬੱਚੇ ਆਲਰੇਡੀ ਰਿਫਿਊਜ਼ਡ ਹੈ, ਜੇਕਰ ਅਸੀਂ ਆਸਟ੍ਰੇਲੀਆ ਦੀ ਗੱਲ ਕਰੀਏ, ਆਸਟ੍ਰੇਲੀਆ ਦੇ ਵਿੱਚ ਰਿਫਿਊਜ਼ਡ ਵਾਲਾ ਬੱਚਾ ਵੀਜ਼ਾ ਨਹੀਂ ਲੈ ਪਾਉਂਦਾ, ਕਿਉਂਕਿ ਉਹਦੀ ਜੀਟੀ ਕਲੀਅਰ ਕਰਨੀ ਬਹੁਤ ਔਖੀ ਹੈ। ਓਕੇ। ਉਹ ਕਿਤੇ ਨਾ ਕਿਤੇ ਉਹਨੂੰ ਆਪਣੀ ਕੰਟਰੀ ਆਸਟ੍ਰੇਲੀਆ ਛੱਡ ਕੇ ਯੂਐਸਏ ਜਾਂ ਕੈਨੇਡਾ ਵੱਲ ਮੂਵ ਹੋਣਾ ਪਏਗਾ। ਉਹ ਆਸਟ੍ਰੇਲੀਆ ਨਹੀਂ ਅਪਲਾਈ ਕਰ ਸਕਦਾ। ਹਾਂ, ਜੇਕਰ ਕੈਨੇਡਾ ਦੇ ਰਿਫਿਊਜ਼ਲ ਸਟੂਡੈਂਟਸ ਦੀ ਮੈਂ ਗੱਲ ਕਰਾਂ, ਤਾਂ ਕੈਨੇਡਾ ਦੇ ਰਿਫਿਊਜ਼ਲ ਸਟੂਡੈਂਟ ਜੇਕਰ ਬੱਚਾ ਫੈਡਰਲ ਤੋਂ ਰਿਫਿਊਜ਼ ਹੋਇਆ ਤਾਂ ਕਿਊਬਿਕ ਦੇ ਵਿੱਚ ਅਪਲਾਈ ਕਰ ਸਕਦਾ ਹੈ, ਔਰ ਜੇਕਰ ਬੱਚਾ ਕਿਊਬਿਕ ਦੇ ਵਿੱਚ ਰਿਫਿਊਜ਼ ਹੋਇਆ ਤਾਂ ਕਿਊਬਿਕ ਦੇ ਵਿੱਚ ਕਾਲਜ ਜਾਂ ਕੋਰਸ ਕਿਸੇ ਨਾ ਕਿਸੇ ਚੀਜ਼ ਕਰਕੇ ਰਿਫਿਊਜ਼ ਹੋਇਆ ਹੋਏਗਾ, ਜਾਂ ਉਹਦਾ CAQ ਵਿਦਆਊਟ ਫੰਡਸ ਅਪਲਾਈ ਹੋਇਆ ਹੋਏਗਾ ਤਾਂ ਰਿਫਿਊਜ਼ ਹੋਇਆ ਹੋਏਗਾ, ਤਾਂ ਕਿਤੇ ਨਾ ਕਿਤੇ ਰੀਅਪਲਾਈ ਕਰ ਸਕਦੇ ਆ। ਜੀ, ਸੋ ਜੀ ਰਿਫਿਊਜ਼ਲ ਵਾਲੇ ਬੱਚਿਆਂ ਦੀ ਵੀ ਅਸੀਂ ਗੱਲ ਕਰ ਲਈ ਹੈ, ਅਪਲਾਈ ਕਰ ਸਕਦੇ ਹੋ ਕਿ ਨਹੀਂ ਕਰ ਸਕਦੇ। ਸੋ ਮੈਮ, ਲਾਸਟ ਦੇ ਵਿੱਚ ਮੈਂ ਗੱਲ ਕਰਨਾ ਚਾਹਾਂਗੀ, ਜਿਵੇਂ ਮੈਂ ਸਟਾਰਟਿੰਗ ਦੇ ਵਿੱਚ ਗੱਲ ਕੀਤੀ, ਬਹੁਤ ਸਾਰੀ ਇਨਕੁਆਇਰੀਜ਼ ਆਈਆਂ ਸਾਨੂੰ USA ਦੀਆਂ, ਹੈ ਨਾ। ਕਈ ਬੱਚੇ ਹੁੰਦੇ ਨੇ USA ਜਾਣਾ ਚਾਹੁੰਦੇ ਨੇ, ਪਰ USA ਦੀ ਜਿਵੇਂ ਮੈਂ ਗੱਲ ਕੀਤੀ ਪਹਿਲਾਂ ਵੀ ਕਿ ਇੰਨੀ ਗੱਲ ਨਹੀਂ ਹੁੰਦੀ। ਸੋ ਬੱਚਿਆਂ ਨੂੰ ਲੱਗਦਾ ਸ਼ਾਇਦ USA ਜਿਹੜਾ ਵੀਜ਼ੇ ਦੇ ਹੀ ਨਹੀਂ ਰਿਹਾ, ਜਾਂ ਦੇ ਰਿਹਾ ਤਾਂ ਬਹੁਤ ਹੀ ਟਫ ਵੀਜ਼ੇ ਹੈਗੇ ਨੇ। ਸੋ ਇਸ ਬਾਰੇ ਕਲੀਅਰ ਕਰੋ ਕਿ ਵਾਕਈ ਜਿਹੜੇ ਬੱਚੇ ਜਾਣ ਦੇ ਚਾਹਵਾਨ ਹੈਗੇ ਨੇ ਜਾ ਸਕਦੇ USA ਕਿ ਨਹੀਂ, ਔਰ ਕਿੱਦਾਂ ਦੇ ਐਲੀਜੀਬਿਲਟੀ ਕ੍ਰਾਈਟੇਰੀਆ ਜਿਹੜਾ USA ਉਹ ਮੰਗਦਾ ਹੈਗਾ। USA ਦੇਖੋ, ਵਿਦ ਔਰ ਵਿਦਆਊਟ ਆਇਲਸ ਦੋਨੋਂ ਬੱਚਾ ਜਾ ਰਿਹਾ ਹੈ। USA ਦਾ ਵੀਜ਼ਾ ਲੈਣਾ ਬਹੁਤ ਈਜ਼ੀ ਹੈ। ਮੈਨੂੰ ਨਹੀਂ ਪਤਾ ਕਿ ਏਜੰਟਸ ਕਿਉਂ ਕਹਿੰਦੇ USA ਦਾ ਵੀਜ਼ਾ ਟਫ ਹੈ। ਜੇਕਰ ਕਿਸੇ ਵੀ ਸਟੂਡੈਂਟ ਨੇ USA ਜਾਣਾ ਤਾਂ ਉਹਦੀ ਸਿਰਫ ਔਰ ਸਿਰਫ ਪ੍ਰੈਜੈਂਟੇਸ਼ਨ ਡਿਪੈਂਡ ਕਰਦੀ ਹੈ, ਉਹਦੀ ਬਾਡੀ ਲੈਂਗੁਏਜ, ਉਹਦਾ ਇੰਟਰਵਿਊ ਡਿਪੈਂਡ ਕਰਦਾ ਹੈ ਕਿ ਉਹਨੂੰ ਵੀਜ਼ਾ ਗ੍ਰਾਂਟ ਹੋਣਾ ਹੈ ਕਿ ਨਹੀਂ ਹੋਣਾ। ਤੁਸੀਂ ਕਿਸ ਕਾਲਜ ਜਾ ਰਹੇ ਹੋ, ਤੁਸੀਂ ਕਿਸ ਕੋਰਸ ਵਾਸਤੇ ਜਾ ਰਹੇ ਹੋ, ਤੁਹਾਡੀ ਟਿਊਸ਼ਨ ਫੀ ਕਿੰਨੀ ਹੈ, ਤੁਹਾਡੀ ਜਿਹੜੀ ਤੁਹਾਡੇ ਡਾਕੂਮੈਂਟੇਸ਼ਨ ਹੈ ਉਹ ਕਿੱਦਾਂ ਦੇ ਲੱਗਿਆ, ਤੁਹਾਡੀ ਫੰਡਿੰਗ ਕਿੱਥੋਂ ਹੈਗੀ ਹੈ, ਤੁਹਾਡਾ ਇਨਕਮ ਸੋਰਸ ਕੀ ਹੈਗਾ, ਤੁਹਾਨੂੰ ਇਹ ਸਾਰੀ ਆਪਣੀ ਫਾਈਲ ਦੀ ਨੌਲੇਜ ਹੋਣੀ ਚਾਹੀਦੀ ਹੈ। ਵੀਜ਼ਾ ਆਫਿਸਰ ਨੇ ਕੁਝ ਵੀ ਤੁਹਾਡਾ ਪਰਸਨਲ ਕੁਐਸਚਨਸ ਨਹੀਂ ਪੁੱਛਣੇ, ਉਹਨੇ ਸਿਰਫ ਔਰ ਸਿਰਫ ਤੁਹਾਡੀ ਫਾਈਲ ਤੋਂ ਰੈਲੇਵੈਂਟ ਕੁਐਸਚਨਸ ਪੁੱਛਣੇ ਆ। ਸਿਰਫ ਆਪਣੇ ਇੰਡੀਅਨ ਸਟੂਡੈਂਟਸ ਨੂੰ ਕੀ ਪ੍ਰੋਬਲਮ ਹੁੰਦੀ ਹੈ, ਇਹਨਾਂ ਨੂੰ ਇੰਟਰਵਿਊ ਫੇਸ ਕਰਦੇ ਬਹੁਤ ਡਰ ਲੱਗਦਾ ਹੈ। ਇੰਟਰਵਿਊ ਵਰਡ ਤੋਂ ਬੱਚਾ ਡਰਦਾ ਹੈ। ਬਿਲਕੁਲ। ਜੇਕਰ ਤੁਸੀਂ ਵੀਜ਼ਾ ਆਫਿਸਰ ਦੇ ਨੂੰ ਫੇਸ ਕਰਦੇ ਹੋ ਤਾਂ ਤੁਹਾਡਾ ਕਿਤੇ ਨਾ ਕਿਤੇ ਇੰਟਰਵਿਊ ਦੇ ਵਿੱਚ ਵੀਜ਼ਾ ਆਰਾਮ ਨਾਲ ਨਿਕਲ ਸਕਦਾ ਹੈ, ਜੇਕਰ ਤੁਸੀਂ ਕੌਨਫੀਡੈਂਟ ਹੋ ਔਰ ਪੋਜ਼ਿਟਿਵ ਹੋ, ਜੇਕਰ ਤੁਹਾਨੂੰ ਆਪਣੀ ਫਾਈਲ ਦੀ ਨੌਲੇਜ ਹੈ। ਹੁਣ ਇੱਕ ਸਟੂਡੈਂਟ ਜਿਹੜਾ 7 ਸਮੁੰਦਰ ਪਾਰ ਪੜਨ ਜਾ ਰਿਹਾ, ਮੈਨੂੰ ਲੱਗਦਾ ਕਿ ਉਹਨੂੰ ਆਪਣੇ ਪ੍ਰੋਫਾਈਲ ਦੀ ਸਟੱਡੀ ਆਪ ਪਹਿਲਾਂ ਕਰਨੀ ਚਾਹੀਦੀ ਹੈ। ਬਿਲਕੁਲ। ਤੁਸੀਂ ਬਾਹਰ ਜਾ ਰਹੇ ਹੋ, ਤੁਹਾਡੇ ਵਾਸਤੇ ਚੀਜ਼ਾਂ ਆਸਾਨ ਨਹੀਂ ਹੈਗੀਆਂ। ਦਿੱਲੀ ਇਮੀਗ੍ਰੇਸ਼ਨ ਤੋਂ ਲੈ ਕੇ ਕਿਸੇ ਵੀ ਕੰਟਰੀ ਦੀ ਇਮੀਗ੍ਰੇਸ਼ਨ ਪੋਰਟ ਤੱਕ ਦੇਖ ਲਓ, ਸਟੂਡੈਂਟਸ ਨੂੰ ਦਿੱਕਤਾਂ ਆਉਂਦੀਆਂ, ਬਟ ਕਿਉਂ ਆਉਂਦੀ ਹੈ? ਕਿਉਂਕਿ ਉਹ ਬੱਚਾ ਕਿਤੇ ਨਾ ਕਿਤੇ ਇੰਟਰਵਿਊ ਫੇਸ ਕਰਨ ਤੋਂ ਡਰਦਾ ਹੈ। ਤੁਸੀਂ ਜੇ USA ਦੀ ਗੱਲ ਕਰਦੇ ਹੋ ਤਾਂ ਜਿੰਨਾ ਵੀ ਸਟੂਡੈਂਟ USA ਦਾ ਵੀਜ਼ਾ ਲੈ ਕੇ ਜਾਂਦਾ ਹੈ, ਤੁਸੀਂ ਦੇਖਿਆ ਹੋਏਗਾ ਉਹਨਾਂ ਸਟੂਡੈਂਟਸ ਨੂੰ ਕਦੇ ਦਿੱਕਤ ਨਹੀਂ ਆਈ, ਕਿਉਂਕਿ ਉਹਨਾਂ ਦਾ ਜਿਹੜਾ ਇੱਕ ਹੈਜ਼ਿਟੇਸ਼ਨ ਲੈਵਲ ਹੈ ਉਹ ਓਵਰ ਹੋ ਚੁੱਕਿਆ ਹੈ। ਉਹਨਾਂ ਨੇ USA ਦਾ ਇੰਟਰਵਿਊ ਫੇਸ ਕਰਕੇ ਵੀਜ਼ਾ ਲਿੱਤਾ ਹੈ। ਇੰਟਰਵਿਊ ਦੇ ਵਿੱਚ ਵੀਜ਼ਾ ਆਫਿਸਰ ਨੇ ਤੁਹਾਡੇ ਫਾਈਲ ਤੋਂ ਰੈਲੇਵੈਂਟ ਕੁਐਸਚਨ ਹੀ ਪੁੱਛਣੇ ਆ। ਜੇਕਰ ਤੁਸੀਂ ਬਾਹਰ ਪੜ੍ਹਨਾ ਚਾਹੁੰਦੇ ਹੋ, ਤੁਹਾਨੂੰ ਕਿਉਂ ਨਹੀਂ ਪਤਾ ਕਿ ਤੁਸੀਂ ਕਿਹੜੇ ਕਾਲਜ ਜਾ ਰਹੇ ਹੋ, ਕਿਹੜਾ ਕੋਰਸ ਹੈ, ਤੁਹਾਡੀ ਡਿਊਰੇਸ਼ਨ ਕਿੰਨੀ ਹੈ, ਤੁਹਾਡਾ ਇਨਟੇਕ ਕਿਹੜਾ ਹੈ, ਤੁਹਾਡੀ ਫੀਸ ਸਟਰਕਚਰ ਕੀ ਹੈ, ਤੁਹਾਡਾ ਇਨਕਮ ਸੋਰਸ ਕੀ ਹੈ, ਇਹ ਸਾਰੇ ਕੁਐਸਚਨ ਤੁਹਾਡੇ ਫਾਈਲ ਤੋਂ ਰੈਲੇਵੈਂਟ ਹੈ। ਕੋਈ ਪਰਸਨਲ ਕੁਐਸਚਨ ਤਾਂ ਉਹਨੇ ਪੁੱਛਣਾ ਨਹੀਂ। ਇੰਟਰਵਿਊ ਪ੍ਰੀਪਰੇਸ਼ਨ ਅਸੀਂ ਜ਼ਰੂਰ ਕਰਾਵਾਂਗੇ ਸਟੂਡੈਂਟ ਨੂੰ। ਜਿਹੜਾ ਵੀ ਬੱਚਾ ਵਿਦ ਔਰ ਵਿਦਆਊਟ ਆਇਲਸ ਅਪਲਾਈ ਕਰਨਾ ਚਾਹੁੰਦਾ ਹੈ, ਉਹ ਇੱਕ ਵਾਰ USA ਵਾਸਤੇ ਜ਼ਰੂਰ ਅਪਲਾਈ ਕਰੇ। ਔਰ USA ਦੇ ਵਿੱਚ ਮੈਂ ਇੱਕ ਗੱਲ ਹੋਰ ਦੱਸਦਾ ਬੱਚਿਆਂ ਨੂੰ, ਇੱਕ ਗੁੱਡ ਨਿਊਜ਼ ਹੈ ਸਟੂਡੈਂਟਸ ਵਾਸਤੇ, ਸਾਰੀ ਫੀਸ ਬੱਚੇ ਦੀ ਕਾਲਜ ਦੀ ਆਫਟਰ ਵੀਜ਼ਾ ਲਿੱਤੀ ਜਾਏਗੀ। ਓਕੇ। ਆਈ ਅਬਰੋਡ ਐਜੂਕੇਸ਼ਨ ਵੱਲੋਂ USA ਦੀ ਕਾਲਜ ਫੀਸ ਅਸੀਂ ਆਪ ਭਰਾਂਗੇ ਸਟੂਡੈਂਟ ਦੀ। USA ਦੇ ਬੱਚੇ ਜਿਹੜੇ ਹੈਗੇ, ਜਿਹੜੇ ਵੀ ਜਾਣਾ ਚਾਹੁੰਦੇ ਆ, ਉਹਨਾਂ ਨੇ ਵੀਜ਼ਾ ਅਪਲਾਈ ਜੇ ਕਰਨਾ ਹੈ ਤਾਂ ਉਹਨਾਂ ਦੀ ਫੀਸ ਜਿਹੜੀ ਹੈਗੀ ਹੈ ਕਾਲਜ ਦੀ, ਉਹ ਆਫਟਰ ਵੀਜ਼ਾ ਲਾਂਗੇ, ਔਰ ਸਪਾਊਸ ਪਹਿਲੇ ਦਿਨ ਤੋਂ ਨਾਲ ਜਾਏਗਾ। ਵੈਰੀ ਨਾਈਸ, ਵੈਰੀ ਨਾਈਸ। ਸੋ ਸਟੂਡੈਂਟਸ ਦੇ ਲਈ ਅੱਜ ਇਸ ਸ਼ੋਅ ਦੇ ਵਿੱਚ ਗੁੱਡ ਨਿਊਜ਼, ਇੱਕ ਵਾਰੀ USA ਦੀ ਗੱਲ ਕੀਤੀ ਹੈ
ਸਾਰੀ ਫੀਸ ਵੀਜ਼ਾ ਲੱਗਣ ਤੋਂ ਬਾਅਦ ਆਈ ਅਬਰੋਡ ਜਿਹੜਾ ਤੁਹਾਨੂੰ ਇਹ ਆਪਸ਼ਨ ਦੇ ਰਿਹਾ, ਮੇਰੇ ਖਿਆਲ 'ਚ ਬਹੁਤ ਵਧੀਆ ਆਪਸ਼ਨ ਹੈ। USA ਦੀ ਗੱਲ ਬਹੁਤ ਘੱਟ ਹੁੰਦੀ ਹੈ, ਬੱਚੇ ਜਿਹੜੇ ਜਾਣਾ ਚਾਹੁੰਦੇ ਨੇ ਪਰ ਉਹਨਾਂ ਨੂੰ ਨੌਲੇਜ ਜਿਹੜੀ ਆ ਉਹ ਨਹੀਂ ਮਿਲਦੀ। ਸੋ ਅੱਜ ਦੇ ਸ਼ੋਅ ਦੇ ਵਿੱਚ ਗੱਲ ਕੀਤੀ ਗਈ ਹੈ ਆਈ ਅਬਰੋਡ ਦੇ ਜਿਹੜੇ ਦਰਵਾਜ਼ੇ ਤੁਹਾਡੇ ਲਈ ਖੁੱਲ੍ਹੇ ਨੇ ਜੀ, ਜੇਕਰ ਤੁਸੀਂ USA ਜਾਣਾ ਚਾਹੁੰਦੇ ਹੋ ਜੇ। ਔਰ ਇੱਕ ਹੋਰ ਗੁੱਡ ਨਿਊਜ਼ ਅੱਜ ਦੇ ਸ਼ੋਅ ਦੇ ਵਿੱਚ ਸ਼ੇਅਰ ਕੀਤੀ ਗਈ ਕੈਨੇਡਾ ਨੂੰ ਲੈ ਕੇ, ਕਿਉਂਕਿ ਗੈਪ ਵਾਲੇ ਬੱਚੇ, ਜ਼ਿਆਦਾ ਏਜ ਵਾਲੇ ਬੱਚੇ ਜਿਹੜੇ ਸੋਚਦੇ ਨੇ ਅਸੀਂ ਨਹੀਂ ਜਾ ਸਕਦੇ, ਸੋ ਮੈਮ ਨੇ ਜਿਵੇਂ ਦੱਸਿਆ ਕਿ ਤੁਸੀਂ ਆਈ ਅਬਰੋਡ ਦੇ ਕੋਲ ਆ ਸਕਦੇ ਹੋ। ਜੇਕਰ ਤੁਹਾਡਾ ਗੈਪ ਜਸਟੀਫਾਈ ਹੁੰਦਾ ਹੈ ਤਾਂ ਤੁਸੀਂ ਉਹ ਵੀ ਅਪਲਾਈ ਕਰ ਸਕਦੇ ਹੋ। ਸੋ ਥੈਂਕ ਯੂ ਸੋ ਮਚ ਮੈਮ। ਵੈਲਕਮ ਜੀ। ਸੋ ਜੀ ਆਈ ਅਬਰੋਡ ਦੇ ਨੰਬਰ ਲਗਾਤਾਰ ਟੀਵੀ ਸਕਰੀਨ ਤੇ ਫਲੈਸ਼ ਹੋ ਰਹੇ ਨੇ, ਆਈ ਹੋਪ ਤੁਸੀਂ ਨੋਟ ਕਰ ਲਏ ਹੋਣਗੇ। ਆਫਿਸ ਦੇ ਵਿੱਚ ਵਿਜ਼ਿਟ ਕਰਨਾ ਹੈ ਜੀ, ਆਪਣਾ ਪ੍ਰੋਫਾਈਲ ਡਿਸਕਸ ਕਰਨਾ ਹੈ ਤੇ ਆਪਣਾ ਵੀਜ਼ਾ ਜਿਹੜਾ ਉਹ ਅਪਲਾਈ ਕਰਨਾ ਹੈ। ਸੋ ਇਸੇ ਦੇ ਨਾਲ ਮੈਨੂੰ ਪ੍ਰੀਤ ਨੂੰ ਵੀ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।